ਸਤਿ ਸ਼੍ਰੀ ਅਕਾਲ। ਮੈਂ ਸੁਰਜੀਤ ਸਿੰਘ, ਤੁਸੀਂ ਦੇਖ ਰਹੇ ਹੋ ਨਵਾਂ ਜ਼ਮਾਨਾ ਵੈਬ ਟੀਵੀ। ਦੂਰਦਰਸ਼ਨ ਜਲੰਧਰ ਸਾਡੇ ਘਰਾਂ ਦੀ ਉਸ ਵਕਤ ਪਛਾਣ ਹੁੰਦਾ ਸੀ। ਲੋਕ ਦੂਰਦਰਸ਼ਨ ਜਲੰਧਰ ਹੀ ਦੇਖਿਆ ਕਰਦੇ ਸੀਗੇ। ਉਹਨਾਂ ਸਮਿਆਂ ਦੇ ਵਿੱਚ ਦੂਰਦਰਸ਼ਨ 'ਤੇ ਬੱਚਿਆਂ ਦੇ ਪ੍ਰੋਗਰਾਮ ਦੇ ਵਿੱਚ ਇੱਕ ਸ਼ਖਸ ਆਇਆ ਕਰਦਾ ਸੀ ਜਿਸ ਦਾ ਨਾਮ ਹੈ ਕਮਲਜੀਤ ਸਿੰਘ ਨੀਲੋਂ। ਉਹ ਬੱਚਿਆਂ ਦੇ ਪ੍ਰੋਗਰਾਮ ਦੇ ਵਿੱਚ ਸੌਂ ਜਾ ਬੱਬੂਆ ਮਾਣੋ ਬਿੱਲੀ ਆਈ ਹੈ ਇੱਕ ਗੀਤ ਪੇਸ਼ ਕਰਿਆ ਕਰਦੇ ਸੀ ਅਤੇ ਉਹ ਇਸ ਗੀਤ ਦੇ ਨਾਲ ਉਹ ਇੰਨੇ ਕੁ ਮਕਬੂਲ ਹੋ ਗਏ ਅਤੇ ਬੱਚੇ ਦੀ ਜ਼ੁਬਾਨ 'ਤੇ ਕਮਲਜੀਤ ਸਿੰਘ ਨੀਲੋਂ ਦਾ ਨਾਂ ਆਉਣ ਲੱਗ ਗਿਆ। ਉਸ ਤੋਂ ਬਾਅਦ ਲਗਾਤਾਰ ਕਮਲਜੀਤ ਸਿੰਘ ਨੀਲੋਂ ਬੱਚਿਆਂ ਦੇ ਗੀਤ ਜਿਹੜੇ ਹੈਗੇ ਆ ਉਹਨਾਂ ਦੇ ਦੂਰਦਰਸ਼ਨ 'ਤੇ ਆਉਂਦੇ ਗਏ। ਕਮਲਜੀਤ ਸਿੰਘ ਨੀਲੋਂ ਸਮਰਾਲੇ ਤੋਂ ਨੀਲੋਂ ਪਿੰਡ ਦੇ ਰਹਿਣ ਵਾਲੇ ਹਨ, ਜਿਹੜਾ ਕਿ ਸਮਰਾਲੇ ਤੋਂ ਬਹੁਤ ਹੀ ਨੇੜੇ ਹੈਗੇ। ਅੱਜ ਕਮਲਜੀਤ ਸਿੰਘ ਨੀਲੋਂ ਸਾਡੇ ਨਾਲ ਹਨ। ਅਸੀਂ ਉਹਨਾਂ ਦੇ ਨਾਲ ਗੱਲਾਂ ਕਰਾਂਗੇ ਕਿ ਕਮਲਜੀਤ ਸਿੰਘ ਨੀਲੋਂ ਦਾ ਇਹ ਸਫ਼ਰ ਕਿਸ ਤਰ੍ਹਾਂ ਰਿਹਾ। ਕਮਲਜੀਤ ਸਿੰਘ ਨੀਲੋਂ ਜੀ, ਨਵਾਂ ਜ਼ਮਾਨਾ ਵੈਬ ਟੀਵੀ ਦੇ ਵਿੱਚ ਤੁਹਾਡਾ ਬਹੁਤ ਸਵਾਗਤ ਹੈ। ਨਵਾਂ ਜ਼ਮਾਨਾ ਵੈਬ ਟੀਵੀ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ। ਇਹ ਸਫ਼ਰ ਕਿਸ ਤਰ੍ਹਾਂ ਰਿਹਾ ਜਦੋਂ ਤੁਸੀਂ ਦੂਰਦਰਸ਼ਨ 'ਤੇ ਆਏ ਸੀਗੇ? ਉਸ ਵਕਤ ਤੁਸੀਂ ਸੌਂ ਜਾ ਬੱਬੂਆ ਮਾਣੋ ਬਿੱਲੀ ਆਈ ਹੈ ਅਤੇ ਇਹ ਗਾਇਆ ਸੀਗਾ, ਅਤੇ ਇਹ ਜਦੋਂ ਤੁਸੀਂ ਗਾਇਆ ਸੀਗਾ ਕਿ ਇਹ ਬੱਚੇ ਦੀ ਜ਼ੁਬਾਨ 'ਤੇ ਇਹੀ ਗੀਤ ਚੱਲਦਾ ਹੁੰਦਾ ਸੀ। ਕਿਵੇਂ ਤੁਹਾਨੂੰ ਇਸ ਦੀ ਇੰਸਪੀਰੇਸ਼ਨ ਮਿਲੀ ਕਿ ਤੁਸੀਂ ਆਹ ਗੀਤ ਜਿਹੜਾ ਹੈਗਾ ਉਸ ਵਕਤ ਦੂਰਦਰਸ਼ਨ 'ਤੇ ਪੇਸ਼ ਕੀਤਾ? ਇਹ ਗੀਤ ਦੇ ਪਿੱਛੇ ਵੀ ਬਹੁਤ ਕੁਛ ਹੈ ਜੀ। ਮੈਂ ਜਿਸ ਪਰਿਵਾਰ 'ਚ ਪੈਦਾ ਹੋਇਆ ਉੱਥੇ ਮੇਰੇ ਬਾਪੂ ਜੀ ਸਰਦਾਰ ਕੁਲਵੰਤ ਨੀਲੋਂ ਬਹੁਤ ਹੀ ਅੱਛੇ ਸ਼ਾਇਰ ਸੀ। ਮੈਨੂੰ ਆਪਣੀਆਂ ਸਹਿਜ ਸਭਾਵਾਂ ਵਿੱਚ ਵੀ ਉਹ ਨਾਲ ਲੈ ਕੇ ਜਾਂਦੇ ਸੀ। ਆਪਣੇ ਸਕੂਲ ਦੇ ਵਿੱਚ ਜਿੱਥੇ ਉਹ ਪੜ੍ਹਾਉਂਦੇ ਸੀ ਐਜ ਏ ਡਰਾਇੰਗ ਟੀਚਰ, ਉੱਥੇ ਵੀ ਮੈਨੂੰ ਨਾਲ ਲੈ ਕੇ ਆਉਂਦੇ। ਮੈਂ ਉੱਥੇ ਜਾ ਕੇ ਗੀਤ ਗਾਇਆ ਕਰਾਂ। ਮੈਨੂੰ ਬੜੀਆਂ ਤਾੜੀਆਂ ਮਿਲਦੀਆਂ ਹੁੰਦੀਆਂ ਸੀ ਕਿਉਂਕਿ ਮੈਂ ਉਹਨਾਂ ਦੇ ਅਧਿਆਪਕ ਦਾ ਮੁੰਡਾ ਸੀ ਅਤੇ ਕੁਦਰਤੀ ਹੈ। ਫਿਰ ਮੇਰੇ ਜਿਹੜੇ ਪਿੰਡ ਦੇ ਵਿੱਚ ਬਾਲ ਸਕੂਲ ਸੀ ਜਿੱਥੇ ਮੈਂ ਪੜ੍ਹਦਾ ਸੀ, ਉੱਥੇ ਬਾਲ ਸਭਾ ਲੱਗਦੀ ਸੀ, ਉਹਦੇ ਵਿੱਚ ਵੀ ਪੇਸ਼ਕਾਰੀਆਂ ਹੁੰਦੀਆਂ ਸੀ। ਫਿਰ ਜਦੋਂ 7 ਸਕੂਲਾਂ ਦਾ ਇੱਕ ਕੰਪੀਟੀਸ਼ਨ ਹੋਇਆ ਸੀ ਘਲਾਲ, ਜਿੱਥੇ ਮੈਂ ਪੜ੍ਹਿਆ ਕਲਗੀਧਰ ਖਾਲਸਾ ਹਾਈ ਸਕੂਲ ਘਲਾਲ, ਉੱਥੇ 7 ਸਕੂਲਾਂ ਦੇ ਬੱਚਿਆਂ ਦੇ ਗੀਤਾਂ ਦਾ ਕੰਪੀਟੀਸ਼ਨ ਹੋਇਆ ਸੀ, ਮੁਕਾਬਲਾ ਹੋਇਆ ਸੀ। ਉਹਦੇ ਵਿੱਚੋਂ ਮੈਂ ਦੂਸਰੇ ਨੰਬਰ 'ਤੇ ਰਿਹਾ ਸੀ। ਸੋ ਇਸ ਤਰ੍ਹਾਂ ਮੈਨੂੰ ਅਧਿਆਪਕ ਅੱਛੇ ਮਿਲੇ। ਮੇਰੇ ਬਾਪੂ ਜੀ, ਮੇਰੀ ਮਾਂ ਨੇ ਵੀ ਮੈਨੂੰ ਬਹੁਤ ਸਪੋਰਟ ਕੀਤਾ। ਉਹੀ ਮੈਨੂੰ ਉਹ ਦੱਸਦੇ ਸੀਗੇ ਕੌਣ ਕਿਵੇਂ ਬੋਲਦਾ, ਕਿਵੇਂ ਬੋਲਣਾ, ਕਿਵੇਂ ਆਵਾਜ਼ਾਂ ਕੱਢਣੀਆਂ ਨੇ। ਬਹੁਤ ਉਹਨਾਂ ਦਾ ਇਸ ਮੈਨੂੰ ਇੱਧਰ ਪਾਸੇ ਲਿਜਾਣ ਲਈ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ। ਬਾਪੂ ਜੀ ਨੇ ਮੈਨੂੰ ਇੱਕ ਸੋਚ ਦਿੱਤੀ ਕਿ ਆਪਾਂ ਇਸ ਵਿਧਾ ਦੇ ਰਾਹੀਂ ਅੱਗੇ ਕੀ ਲੈ ਕੇ ਜਾਣਾ, ਕੀ ਚੀਜ਼ ਆਪਾਂ ਸਮਾਜ ਨੂੰ ਪਰੋਸਣੀ ਹੈ ਜੀ। ਤੁਸੀਂ ਇਹ ਸਾਰੀ ਇੰਸਪੀਰੇਸ਼ਨ ਜਿਹੜੀ ਹੈਗੀ ਆਪਣੇ ਬਾਪੂ ਜੀ ਤੋਂ ਲਈ ਹੈਗੀ ਹੈ, ਅਤੇ ਜਦੋਂ ਤੁਸੀਂ ਇਹ ਗਾਣਾ ਗਾਇਆ ਉਸ ਵਕਤ ਤੁਹਾਨੂੰ ਜਿਹੜੀ ਤੁਸੀਂ ਬੱਚੇ ਦਾ ਨਾਂ ਲਿਆ ਸੌਂ ਜਾ ਬੱਬੂਆ, ਉਹ ਬੱਬੂ ਕੌਣ ਪਾਤਰ ਸੀਗਾ? ਦੇਖੋ, ਅਸੀਂ ਜੁਆਇੰਟ ਫੈਮਿਲੀ ਸੀ। ਸਾਡੇ ਪਰਿਵਾਰ ਦੇ ਵਿੱਚ ਪਹਿਲਾਂ 2 ਬੱਚੀਆਂ ਆਈਆਂ। ਜੋ 2 ਬੱਚੀਆਂ ਆਏ, ਪਹਿਲੀ ਬੱਚੀ ਤੋਂ ਬਾਅਦ ਨੂੰ ਤਾਂ ਸਾਰਾ ਓਕੇ ਸੀਗਾ, ਕੋਈ ਇਹੋ ਜਿਹੀ ਗੱਲ ਨਹੀਂ, ਕੁੜੀਆਂ ਮੁੰਡੇ 'ਚ ਕੋਈ ਫਰਕ ਨਹੀਂ ਹੁੰਦਾ ਔਰ ਸਾਨੂੰ ਇਹ ਮੰਨਣਾ ਵੀ ਚਾਹੀਦਾ। ਫਿਰ ਦੂਸਰੀ ਬੱਚੀ ਆ ਗਈ। ਉਹ ਤੋਂ ਬਾਅਦ ਜਦੋਂ ਮੁੰਡੇ ਦੀ ਉਡੀਕ ਕਰਨ ਲੱਗੇ, ਬੇਟੇ ਦੀ ਉਡੀਕ ਕਰਨ ਲੱਗੇ, ਤਾਂ ਬੱਚੀਆਂ ਦੇ ਮਨੋਭਾਵ ਸੀਗੇ ਜਿਹੜੇ ਉਹ ਮੈਂ ਇੱਕ ਕੋਸ਼ਿਸ਼ ਕੀਤੀ ਇੱਕ ਉਹਦੇ ਵਿੱਚ ਲੈ ਕੇ ਆਵਾਂ, ਗੀਤ ਦੇ ਵਿੱਚ ਲੈ ਕੇ ਆਵਾਂ। ਪਰ ਜਦੋਂ ਤੀਸਰਾ ਬੱਚਾ ਜਿਹੜਾ ਉਹ ਵੀ ਬੱਚੀ ਆਈ, ਉਹਦਾ ਨਾਮ ਬੱਬੂ ਰੱਖਿਆ ਗਿਆ। ਤਾਂ ਉਹ ਬੱਬੂ 'ਤੇ ਹੀ ਇਹ ਗੀਤ ਲਿਖਿਆ ਗਿਆ ਸੀ ਅਤੇ ਉਹੀ ਗੀਤ ਮੈਂ ਗਾਇਆ ਵੀ ਬਹੁਤ ਸੀ। ਜਦੋਂ ਮੈਂ ਪਹਿਲਾਂ ਤਾਂ ਗੀਤ ਗਾਉਂਦਾ ਮੈਂ ਕਾਫੀ ਇਮੋਸ਼ਨਲ ਹੋ ਜਾਂਦਾ ਸੀ, ਕਿਉਂਕਿ ਇਹ ਗੀਤ ਤੋਂ ਪਹਿਲਾਂ ਵੀ ਗੀਤ ਸੀ ਇੱਕ, ਜਿਹੜਾ ਇਹ ਗੀਤ ਦੇ ਲਿਖਣ ਤੋਂ ਪਹਿਲਾਂ ਵੀ ਇੱਕ ਗੀਤ ਮੈਂ ਲਿਖਿਆ ਸੀ। ਇਹ ਗੀਤ ਤੁਹਾਡਾ ਆਪ ਦਾ ਲਿਖਿਆ ਹੋਇਆ ਸੀ ਕਿ ਕਿਸੇ ਹੋਰ ਦਾ ਹੀ ਲਿਖਿਆ ਹੋਇਆ ਤੁਸੀਂ ਗਾਇਆ ਸੀਗਾ? ਆਪ ਹੀ ਲਿਖਿਆ ਸੀ, ਕਿਉਂਕਿ ਇਸ ਖੇਤਰ 'ਚ ਇਸ ਤਰ੍ਹਾਂ ਦੀ ਮੈਂ ਤਾਂ ਕੋਈ ਦੇਖਿਆ ਨਹੀਂ। ਜੇ ਤੁਹਾਨੂੰ ਦੇਖਿਆ ਤਾਂ ਜ਼ਰੂਰ ਦੱਸ ਦਿਓ। ਅਤੇ ਸੋ ਫਿਰ ਮੈਂ ਉਹ
ਪੇਸ਼ ਕੀਤਾ। ਉਸ ਹਿਸਾਬ ਨਾਲ ਆਵਾਜ਼ਾਂ ਸਾਰੀਆਂ ਵੇਰੀਏਸ਼ਨ ਲਿਆਂਦੀ, ਬਹੁਤ ਵਾਰੀ ਇਹ ਗੀਤ ਨੂੰ ਗਾਇਆ, ਇਹ 'ਚ ਕਿਵੇਂ ਪਰਫੈਕਸ਼ਨ ਲੈ ਕੇ ਆਉਣੀ ਆ ਉਹ ਸਾਰੀ ਮਿਹਨਤ ਕਰਦਾ ਰਿਹਾ। ਫਿਰ ਜਾ ਕੇ ਇਹ ਗੀਤ ਤਿਆਰ ਹੋਇਆ ਸੀ। ਇੱਕ ਗੀਤ ਤਿਆਰ ਹੋਣ ਨੂੰ ਕਈ ਵਾਰੀ ਤਾਂ ਸਾਲ ਹੀ ਲੱਗ ਜਾਂਦਾ। ਹਾਂਜੀ, ਇਹਨਾਂ ਗੀਤਾਂ 'ਤੇ ਮਿਹਨਤ ਬਹੁਤ ਕਰਨੀ ਪੈਂਦੀ ਹੈ। ਫਿਰ ਤੁਹਾਨੂੰ ਆਪ ਨਹੀਂ ਪਤਾ ਲੱਗਦਾ ਕਿ ਕਿਹੜੀ ਆਵਾਜ਼ ਕਦੋਂ ਕੱਢਣੀ ਆ, ਆਪਣੇ ਆਪ ਹੀ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਜਦੋਂ ਤੁਹਾਨੂੰ ਦੂਰਦਰਸ਼ਨ ਤੇ ਇੰਨੀ ਅਪਾਰ ਸਫਲਤਾ ਮਿਲੀ ਇਸ ਗੀਤ ਗਾ ਕੇ, ਤਾਂ ਤੁਹਾਨੂੰ ਉਸ ਵਕਤ ਕਿਵੇਂ ਲੱਗਦਾ ਸੀਗਾ? ਚੰਗਾ ਤਾਂ ਲੱਗਦਾ ਹੀ ਹੈ ਜਦੋਂ ਤੁਹਾਡੀ ਨਾ ਮਿਹਨਤ ਨੂੰ ਫਲ ਲੱਗਦਾ, ਖੁਸ਼ੀ ਤਾਂ ਮਿਲਦੀ ਹੈ। ਕੁਛ ਇਸ ਤਰ੍ਹਾਂ ਦੀ ਖੁਸ਼ੀ ਮੈਨੂੰ ਮਿਲੀ ਸੀ ਉਦੋਂ ਵੀ, ਅਤੇ ਮੈਨੂੰ ਇਹ ਗੱਲ ਦੀ ਹੋਰ ਵੀ ਖੁਸ਼ੀ ਹੋਈ ਕਿ ਮੈਂ ਬੜੇ ਸਾਦੇ ਢੰਗ ਨਾਲ ਇਹ ਗੀਤ ਨੂੰ ਪੇਸ਼ ਕੀਤਾ। ਮੇਰੇ ਬਾਪੂ ਜੀ ਵੀ ਕਹਿੰਦੇ ਸੀ, ਪੁੱਤ ਤੇਰੇ ਗੀਤਾਂ ਦੀ ਜਿਹੜੀ ਤਾਕਤ ਆ ਉਹ ਤੇਰੀ ਸਾਦਗੀ 'ਚ ਹੈ, ਇਹਨੂੰ ਨਾ ਕਦੇ ਭੁੱਲੀ। ਕਿੰਨੀ ਕੁ ਏਜ ਸੀ ਤੁਹਾਡੀ ਜਦੋਂ ਤੁਸੀਂ ਇਹ ਗੀਤ ਲਿਖਿਆ ਤੇ ਜਦੋਂ ਗਾਇਆ? ਦੇਖ ਲਓ 86 26-27 ਸਾਲ ਦੀ ਹੋਊਗੀ। ਤੁਸੀਂ ਮੇਰੀ ਉਮਰ ਤਾਂ ਨਹੀਂ ਪੁੱਛ ਰਹੇ ਕਿਤੇ? ਕਲਾਕਾਰ ਦੀ ਉਮਰ ਨਹੀਂ ਪੁੱਛੀ ਜਾਂਦੀ। ਨਹੀਂ, ਪੁੱਛਣੀ ਹੈ ਪੁੱਛ ਲਓ। ਮੈਂ ਪਹਿਲਾਂ ਦੂਰਦਰਸ਼ਨ ਤੇ ਵੀ ਦੱਸਿਆ ਵੀ ਮੇਰੀ ਉਮਰ ਪਰਸੋਂ ਨੂੰ 25ਵਾਂ ਲੱਗਣਾ। 25ਵਾਂ? ਤੁਸੀਂ 25 ਸਾਲ ਤੱਕ ਦੇ ਹੀ ਰਹੋਗੇ ਮੈਨੂੰ ਲੱਗਦਾ ਹੈ। ਦੇਖੋ, ਰਹਿਣਾ ਪੈਣਾ। ਜੇ ਤੁਹਾਡੇ ਬੱਚਿਆਂ ਦਾ ਰਾਬਤਾ ਹੋਣਾ ਨਾ, ਤੁਹਾਡੇ 'ਚ એનર્ਜੀ ਬਹੁਤ ਹੋਣੀ ਚਾਹੀਦੀ ਹੈ। ਇਹ ਆਵਾਜ਼ਾਂ ਇੰਨੀਆਂ ਸੌਖੀਆਂ ਨਹੀਂ ਨਿਕਲਦੀਆਂ, ਦੇ ਖਾਤਰ ਤੁਹਾਡੇ ਸਰੀਰ 'ਚ ਤਾਕਤ ਹੋਣੀ ਚਾਹੀਦੀ ਹੈ ਨਾ, ਇੱਕ ਜੁੰਬਸ਼ ਹੋਣੀ ਚਾਹੀਦੀ ਹੈ ਹਰ ਮੌਕੇ, ਹੈ ਨਾ, ਕਿ ਤੁਸੀਂ ਮਤਲਬ ਇਸ ਗੀਤਾਂ ਨੂੰ, ਇਹਨਾਂ ਗੀਤਾਂ 'ਚ ਜਿੰਨੀ ਵੀ ਤਾਕਤ ਦੀ ਲੋੜ ਹੈ ਤੁਹਾਨੂੰ, ਉਹ ਜੇ ਉਹ ਨਹੀਂ ਤਾਂ ਤੁਹਾਡੀਆਂ ਸਾਰੀਆਂ ਆਵਾਜ਼ਾਂ ਬੰਦ ਹੋ ਜਾਣਗੀਆਂ। ਇਸ ਗੀਤ ਤੋਂ ਜਦੋਂ ਤੁਹਾਨੂੰ ਇੱਕ ਬੜੀ ਭਾਰੀ ਸਫਲਤਾ ਮਿਲੀ ਇਸ ਗੀਤ ਤੋਂ, ਤੇ ਫਿਰ ਤੁਸੀਂ ਕਿੰਨੇ ਕੁ ਗੀਤ ਲਿਖੇ ਇਹਦੇ ਪ੍ਰੇਰਣਾ ਲੈ ਕੇ? ਕਿੰਨੇ ਕੁ ਗੀਤ ਤੁਸੀਂ ਲਿਖੇ? ਕੀ ਇਸੇ ਵਿਸ਼ੇ ਨੂੰ ਲੈ ਕੇ ਗੀਤ ਲਿਖੇ ਕਿ ਹੋਰ ਵੀ ਵਿਸ਼ੇ ਨੂੰ ਲੈ ਕੇ ਗੀਤ? ਪਹਿਲਾਂ ਵੀ ਬੜੇ ਲਿਖੇ ਸੀਗੇ ਇਸ ਤੋਂ ਪਹਿਲਾਂ? ਹਾਂ, ਫਿਰ ਇਹ ਗੀਤ ਜਦੋਂ ਆ ਗਿਆ ਫਿਰ ਹੋਰ ਬੜੇ ਗੀਤ ਲਿਖੇ। ਉਹਨਾਂ ਦਾ ਵਿਸ਼ਾ ਕੀ ਸੀਗਾ? ਉਹਨਾਂ ਦਾ ਵਿਸ਼ਾ ਵੀ ਪਹਿਲਾਂ ਤਾਂ ਜਿਵੇਂ ਸੀਗਾ, ਦੇਖੋ ਕਿਸਾਨ ਹਲ ਵਾਹੁੰਦਾ, ਹੈ ਨਾ, ਮੀਂਹ ਭਾਵੇਂ ਆਵੇ ਜਾਂ ਨਾ ਆਵੇ ਫਿਰ ਵੀ ਫਸਲ ਲਹਿਰਾਵੇ, ਹਾਰ ਕੇ ਵੀ ਢੇਰੀ ਨਹੀਂ ਢਾਉਂਦਾ, ਦੇਖੋ ਪੈਰਾਂ ਵਿੱਚ ਪਾਟੀਆਂ ਵਿਆਈਆਂ, ਧੰਨ ਜੱਟਾਂ ਤੇਰੀਆਂ ਕਮਾਈਆਂ। ਯਾਨੀ ਤੁਸੀਂ ਕਿਸੇ ਇੱਕ ਵਿਸ਼ੇ ਤੇ ਫਿਕਸ ਨਹੀਂ ਰਹੇ ਹੈਗੇ, ਡਿਫਰੈਂਟ ਤੁਸੀਂ ਸਬਜੈਕਟਸ ਜਿਹੜੇ ਹੈ ਲੈ ਕੇ ਉਹਨਾਂ ਤੇ। ਜੇ ਆਪਾਂ ਬੱਚਿਆਂ ਨੂੰ ਵੀ ਲਈਏ ਨਾ, ਇੱਕ ਬੱਚਾ ਜਿਹੜਾ ਜਿਸ ਸਮਾਜ 'ਚ ਪੈਦਾ ਹੋ ਰਿਹਾ, ਉਹਦੇ ਰਿਸ਼ਤੇ ਨਾਤੇ ਵੀ ਨੇ, ਹੈ ਨਾ, ਉਹਦੇ ਚਾਅ ਵੀ ਨੇ, ਉਹਦੀਆਂ ਮੰਗਾਂ ਵੀ ਨੇ, ਉਹਦੇ ਖਿਡੌਣੇ ਵੀ ਨੇ, ਹੈ ਨਾ, ਉਹਦੇ ਗੀਤ ਵੀ ਨੇ, ਉਹ ਕੀ ਚਾਹੁੰਦਾ, ਉਹ ਸਾਰਿਆਂ ਪੱਖਾਂ ਨੂੰ ਲੈ ਕੇ ਮੈਂ ਗੀਤ ਲਿਖੇ। ਪਹਿਲਾਂ ਜਿਉਂ ਬੱਚਾ ਵੱਡਾ ਹੁੰਦਾ ਜਾਂਦਾ, ਉਹਨੂੰ ਕਿਹੋ ਜਿਹੇ ਗੀਤਾਂ ਦੀ ਲੋੜ ਪੈਂਦੀ ਹੈ, ਉਹ ਵੀ ਸਾਰੇ ਗੀਤ ਨਾਲ ਦੀ ਨਾਲ ਲਿਖਦਾ ਗਿਆ। ਅੱਛਾ, ਜਿਹੜੇ ਛੋਟੇ ਬੱਚੇ ਹੁੰਦੇ, ਮੁੰਡੇ ਹੁੰਦੇ ਖਾਸ ਤੌਰ ਤੇ, ਉਹਨਾਂ ਵਾਸਤੇ ਤਾਂ ਲੋਰੀਆਂ ਹੁੰਦੀਆਂ, ਤੇ ਤੁਸੀਂ ਬੇਟੀਆਂ ਵਾਸਤੇ ਲੋਰੀ ਲਿਖੀ ਹੈ, ਇਹਦਾ ਕੀ ਕਾਰਨ ਸੀਗਾ? ਦੇਖੋ, ਸਾਡਾ ਸਮਾਜ, ਇਸ ਗੱਲੋਂ ਮੈਨੂੰ ਬਹੁਤ ਦੁੱਖ ਹੁੰਦਾ ਹੈ ਕਿ ਸਾਡਾ ਸਮਾਜ ਅਜੇ ਵੀ ਧੀਆਂ ਨੂੰ ਪ੍ਰਵਾਨ ਨਹੀਂ ਕਰਦਾ ਉਸ ਹਿਸਾਬ ਨਾਲ ਜਿਵੇਂ ਕਰਨਾ ਚਾਹੀਦਾ। ਅਤੇ ਅਸੀਂ ਦਾਅਵੇ ਬੜੇ ਕਰਦੇ ਹਾਂ, ਸਾਡੀ ਕੁੜੀ ਮੁੰਡੇ ਦਾ ਕੋਈ ਫਰਕ ਨਹੀਂ, ਪਰ ਜਦੋਂ ਬੰਦਾ ਐਡਾ ਲਲਕਾਰ ਕੇ ਕਹਿੰਦਾ ਵੀ ਕੁੜੀ ਮੁੰਡੇ ਦਾ ਫਰਕ ਨਹੀਂ, ਇਹਦਾ ਮਤਲਬ ਹੁੰਦਾ ਹੈ ਕਿ ਫਰਕ ਇਹ ਮੰਨ ਰਹੇ ਨੇ ਲੋਕ, ਹੈ ਨਾ ਜੀ। ਸੋ ਉਹ ਜਦੋਂ ਇਹ ਲੋਰੀਆਂ ਮੁੰਡਿਆਂ ਲਈ ਨੇ, ਮੈਂ ਦੇਖਿਆ ਕਿ ਕੁੜੀਆਂ ਲਈ ਸਾਡੇ ਕੋਲ ਕੋਈ ਲੋਰੀ ਕਿਉਂ ਨਹੀਂ। ਕਿੱਡੀ ਬੜੀ ਜਾਤੀ ਹੈ ਕਿ ਸਾਡੀਆਂ ਬੱਚੀਆਂ, ਮੈਂ ਨਹੀਂ ਕਹਿੰਦਾ ਕਿ ਮਾਵਾਂ ਲੋਰੀਆਂ ਨਹੀਂ ਦਿੰਦੀਆਂ ਹੋਣਗੀਆਂ, ਹੈ ਨਾ, ਕੋਈ ਗਲਤ ਹੈ ਜਿਹੜੀਆਂ ਉਹ ਚੋਰੀ ਲੋਰੀਆਂ ਦਿੰਦੀਆਂ ਹੋਣਗੀਆਂ ਨਾ, ਜਾਂ ਆਪਣੀ ਬੱਚੀ ਨੂੰ ਮੁੰਡਾ ਸਮਝ ਕੇ ਲੋਰੀਆਂ ਦਿੰਦੀਆਂ ਹੋਣਗੀਆਂ। ਸੋ ਇਹ ਬਹੁਤ ਵੱਡਾ ਸਵਾਲ ਸੀ ਜਿਹੜਾ ਮੈਂ ਸਭ ਦੇ ਸਾਹਮਣੇ ਰੱਖਿਆ। ਉਹ ਸੀਗਾ, ਕਿੱਥੇ ਗਈਆਂ ਮਾਂ ਸਾਡੇ ਹਿੱਸੇ ਦੀਆਂ ਲੋਰੀਆਂ। ਜਿਵੇਂ ਨਾ ਨਿਕੜੀ ਸੋਨੂੰ ਜਾਸੀ ਆਈ, ਚਾਅ ਨਾ ਕਿਸੇ ਨੂੰ ਚੜਿਆ, ਗੱਲ ਸੁਣ ਅੜਿਆ, ਕੋਈ ਨਾ ਦੇਣ ਵਧਾਈਆਂ ਸਾਡੇ, ਆ ਬੂਹੇ ਤੇ ਖੜਿਆ, ਲਿਖਿਆ ਪੜ੍ਹਿਆ, ਬਹੁਤੀਆਂ ਨਹੀਂ ਸੀ ਤਾਂ ਦੇ ਦਿੰਦੀ ਥੋੜੀਆਂ, ਕਿੱਥੇ ਗਈਆਂ ਮਾਂ ਸਾਡੇ ਹਿੱਸੇ ਦੀਆਂ ਲੋਰੀਆਂ। ਮੈਂ ਗੀਤ ਨੂੰ ਜਦੋਂ ਗਾਉਂਦਾ ਹੁੰਦਾ ਸੀ ਨਾ, ਜਦੋਂ ਕੋਈ ਮਾਂ ਇੱਥੇ ਧੀਆਂ ਨੂੰ ਹੈ ਪਾਲਦੀ, ਅੰਬੜੀਏ ਫੇਰ ਕਾਤੋਂ ਦੀਦਿਆਂ ਨੂੰ ਗਾਲਦੀ। ਜਦੋਂ ਕੋਈ ਮਾਂ ਇੱਥੇ ਧੀਆਂ ਨੂੰ ਹੈ ਪਾਲਦੀ, ਅੰਬੜੀਏ ਫੇਰ ਕਾਤੋਂ ਦੀਦਿਆਂ ਨੂੰ ਗਾਲਦੀ। ਧੀਆਂ ਵੀ ਤਾਂ ਬਣਨ ਬੁਢਾਪੇ 'ਚ ਡਗੋਰੀਆਂ, ਕਿੱਥੇ ਗਈਆਂ ਮਾਂ ਨੀ ਸਾਡੇ ਹਿੱਸੇ ਦੀਆਂ ਲੋਰੀਆਂ। ਆਪਣੇ ਇਹ ਦਿਨ ਕਿਵੇਂ ਸਕਣ ਗੁਜ਼ਾਰ ਮਾਂ, ਇਹਨਾਂ ਨੂੰ ਕਿਉਂ ਪੈਂਦੀ ਏ ਪਤੰਗਾਂ ਵਾਲੀ ਮਾਰ ਮਾਂ।
ਰਹਿੰਦੀਆਂ ਬਗਾਨੇ ਹੱਥ ਜਿਨ੍ਹਾਂ ਦੀਆਂ ਡੋਰੀਆਂ ਕਿੱਥੇ ਗਈਆਂ ਮਾਂ, ਕਿੱਥੇ ਗਈਆਂ ਮਾਂ ਨੀ ਸਾਡੇ ਹਿੱਸੇ ਦੀਆਂ ਲੋਰੀਆਂ। ਆਪਣੇ ਇਹ ਦਿਨ ਕਿਵੇਂ ਸਕਣ ਗੁਜ਼ਾਰ ਮਾਂ, ਇਹਨਾਂ ਨੂੰ ਕਿਉਂ ਪੈਂਦੀ ਏ ਪਤੰਗਾਂ ਵਾਲੀ ਮਾਰ ਮਾਂ। ਰਹਿੰਦੀਆਂ ਬਗਾਨੇ ਹੱਥ ਜਿਨ੍ਹਾਂ ਦੀਆਂ ਡੋਰੀਆਂ ਕਿੱਥੇ ਗਈਆਂ ਮਾਂ। ਮਾਂ ਤਾਂ ਧੀਆਂ ਪੁੱਤਾਂ ਸੁਣ ਕੇ ਤੂੰ ਮੇਰੀਆਂ, ਆਖਰ ਸੁਣ ਕੇ ਤੂੰ ਮੇਰੀਆਂ ਗੱਲਾਂ ਨੂੰ ਚੁੱਪ ਹੋ ਗਈ। ਅੰਮੜੀਏ ਕਿਹੜੀਆਂ ਨੀ ਸੋਚਾਂ ਵਿੱਚ ਖੋ ਗਈ। ਤੇਰੇ ਹੁੰਦਿਆਂ ਵੀ ਇੱਥੇ ਹੋਈ ਜਾਣ ਚੋਰੀਆਂ ਕਿੱਥੇ ਗਈਆਂ ਮਾਂ ਨੀ ਸਾਡੇ ਹਿੱਸੇ ਦੀਆਂ ਲੋਰੀਆਂ। ਅੱਛਾ, ਤੁਸੀਂ ਇਹ ਜਿਹੜੀਆਂ ਆਪਣੀ ਪੇਸ਼ਕਾਰੀਆਂ ਸਕੂਲ ਲੈਵਲ ਤੇ ਦਿੰਦੇ ਰਹੇ ਹੋ, ਜਦੋਂ ਤੁਸੀਂ ਕਾਲਜ ਦੇ ਵਿੱਚ ਗਏ ਉੱਥੇ ਤੁਸੀਂ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲੈਂਦੇ ਰਹੇ ਹੋ? ਬਿਲਕੁਲ ਜੀ, ਉੱਥੇ ਮੈਨੂੰ ਪ੍ਰੋਫੈਸਰ ਪਰਮਿੰਦਰ ਜੀ, ਪ੍ਰੋਫੈਸਰ ਜਗਮੋਹਨ ਜੀ ਅਤੇ ਪ੍ਰੋਫੈਸਰ ਬਲਦੀਪ ਜੀ, ਇਹਨਾਂ ਨੇ ਮੈਨੂੰ ਬਹੁਤ ਹੁੰਗਾਰਾ ਭਰਿਆ। ਉੱਥੇ ਵੀ ਮੈਂ ਜਿੰਨੇ ਵੀ ਸਾਡੇ ਫੰਕਸ਼ਨ ਹੁੰਦੇ ਸੀ ਉੱਥੇ ਮੈਂ ਹਿਸਟ੍ਰੋਨਿਕਸ ਪੇਸ਼ ਕਰਿਆ ਕਰਦਾ ਸੀ, ਗੀਤ ਗਾਇਆ ਕਰਦਾ ਸੀ, ਬੜਾ ਹੁੰਗਾਰਾ ਮਿਲਦਾ ਸੀਗਾ। ਅਤੇ ਉਹਦੇ ਨਾਲ ਜਦੋਂ ਹੌਸਲਾ ਮਿਲਦਾ ਤਾਂ ਤੁਸੀਂ ਹੋਰ ਉਸ ਫੀਲਡ ਦੇ ਵਿੱਚ ਪਰਪੱਕਤਾ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹੋ। ਅੱਛਾ, ਤੁਸੀਂ ਇਹ ਜਿਹੜੀ ਤੁਹਾਡੀ ਪੇਸ਼ਕਾਰੀ ਹੈਗੀ ਹੈ, ਇਹ ਦੇਸ਼ ਦੀਆਂ ਹੱਦਾਂ ਤੋਂ ਟੱਪ ਕੇ ਬਾਹਰ ਤੱਕ ਵੀ ਤੁਹਾਡੀ ਇਹ ਪੇਸ਼ਕਾਰੀ ਜਿਹੜੀ ਹੈਗੀ ਹੈ ਬਹੁਤ ਮਕਬੂਲ ਹੋਈ। ਤੁਸੀਂ ਕਿਹੜੇ ਦੇਸ਼ ਦੇ ਵਿੱਚ ਗਏ ਤੇ ਕਿੱਥੇ ਜਾ ਕੇ ਤੁਸੀਂ ਆਪਣੀ ਇਹ ਪੇਸ਼ਕਾਰੀ ਦਿੱਤੀ ਹੈਗੀ? ਮੈਂ ਨਾਰਵੇ, ਸਵੀਡਨ, ਡੈਨਮਾਰਕ, ਇਹਨਾਂ ਥਾਵਾਂ 'ਤੇ ਮੈਂ ਬੱਚਿਆਂ ਦੇ ਗੀਤ ਗਾਏ ਨੇ ਔਰ ਲੋਕਾਂ ਨੇ ਇੰਨੇ ਪਸੰਦ ਕੀਤੇ ਨਾ। ਉਹ ਜਦੋਂ ਤਾੜੀਆਂ ਵੱਜਦੀਆਂ ਸੀ ਨਾ, ਮੈਨੂੰ ਐਂ ਲੱਗਦਾ ਸੀ ਮੇਰੀ ਵਰਿਆਂ ਦੀ ਜਿਹੜੀ ਘਾਲਣਾ ਉਹਨਾਂ ਦਾ ਕੋਈ ਮਤਲਬ ਨਿਕਲ ਰਿਹਾ ਇੱਥੇ। ਉੱਥੇ ਤਾਂ ਫਿਰ ਬੱਚੇ ਜਿਹੜੇ ਇੰਗਲਿਸ਼ ਬੋਲਦੇ ਸੀਗੇ, ਫਿਰ ਤੁਸੀਂ ਉਹਨਾਂ ਨੂੰ ਇੰਗਲਿਸ਼ ਵਾਲਿਆਂ ਨੂੰ ਕਿਵੇਂ? ਪੰਜਾਬੀ ਪਰਿਵਾਰ ਨਹੀਂ ਤਾਂ ਪਹਿਲਾਂ ਤਾਂ ਮੈਂ ਪੰਜਾਬੀ ਪਰਿਵਾਰ ਨੇ ਜਿਹੜੇ ਉਹ ਬਾਹਰ ਰਹਿੰਦੇ ਨੇ ਉਹਨਾਂ ਨੇ ਸੁਣਿਆ। ਫਿਰ ਮੈਂ ਤੁਹਾਡਾ ਜਿਹੜਾ ਤੁਸੀਂ ਕਿਹਾ ਨਾ ਇੰਗਲੈਂਡ 'ਚ ਗਿਆ, ਇਲਫੋਰਡ 'ਚ, ਉੱਥੇ ਮੈਂ ਜਾ ਕੇ ਗੋਰੇ ਬੱਚਿਆਂ ਨਾਲ ਕੰਮ ਕੀਤਾ, ਵਰਕਸ਼ਾਪ ਕੀਤੀ। ਮੈਨੂੰ ਇੰਗਲਿਸ਼ ਹਿਸਾਬ ਦੀ ਆਉਂਦੀ ਸੀ ਪਰ ਮੈਂ ਇੰਗਲਿਸ਼ ਵਰਤਦਾ ਨਹੀਂ ਸੀ। ਮੈਂ ਬੋਡੀ ਲੈਂਗੁਏਜ ਤੋਂ ਬਹੁਤ ਕੰਮ ਲਿਆ। ਕਿਵੇਂ ਕਮਿਊਨੀਕੇਟ ਕਰਦੇ ਸੀ ਤੁਸੀਂ ਉਹਨਾਂ ਦੇ ਨਾਲ, ਬੱਚਿਆਂ ਦੇ ਨਾਲ, ਇੰਗਲਿਸ਼ ਬੱਚਿਆਂ ਦੇ ਨਾਲ ਕਿਵੇਂ ਕਮਿਊਨੀਕੇਟ ਕਰਦੇ ਸੀ? ਕਮਿਊਨੀਕੇਟ ਕਰਨ ਦੇ ਜਦੋਂ ਤੁਸੀਂ ਕਿਸੇ ਮੁਸੀਬਤ 'ਚ ਪਏ ਹੁੰਦੇ ਨਾ, ਤੁਹਾਨੂੰ ਰਾਹ ਆਪੇ ਲੱਭਦਾ, ਫਿਰ ਤੁਹਾਡਾ ਮਨ ਓਕਣੇ ਕਰਦਾ। ਮੈਂ ਇੰਗਲਿਸ਼ ਦੇ ਵਿੱਚ 2-3 ਗੀਤ ਤਿਆਰ ਕਰ ਲਏ ਸੀ ਜਿਹੜੇ ਉੱਥੇ ਬੜੇ ਉਹ ਬਕੇ। ਜਿਵੇਂ ਇੱਕ ਸੀਗਾ ਇਨੀ ਮਿਨੀ ਮਾਨੀ ਮੋ ਇਨੀ ਮਿਨੀ ਮਾਨੀ ਟਾਊਨ ਪਾਰਕ ਆਈ ਲਵ ਟੂ ਗੋ, ਆਈ ਲਾਈਕ ਟੂ ਗੋ, ਇਨੀ ਮਿਨੀ ਮਾਨੀ ਮੋ। ਫਿਰ ਮਿਊਜ਼ਿਕ ਨਹੀਂ ਸੀ ਮੇਰੇ ਕੋਲ, ਕੱਲੀ ਡਬਲੇ ਦੀ ਮੈਂ ਪਾ 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 ਇਸ ਤਰ੍ਹਾਂ ਕਰਕੇ ਨਾ। ਫਿਰ ਹੈਪੀ ਫਾਦਰਸ ਡੇ ਟੂ ਯੂ ਮਾਈ ਡੈਡ। ਉਹਨਾਂ ਬੱਚਿਆਂ ਤੋਂ ਕਿੱਦਾਂ ਦਾ ਤੁਹਾਨੂੰ ਰਿਸਪੌਂਸ ਮਿਲਿਆ? ਉਹਨਾਂ ਦੇ ਬੱਚਿਆਂ ਤੋਂ, ਉਹਨਾਂ ਟੀਚਰਸ ਤੋਂ ਕਿੱਦਾਂ ਦਾ ਰਿਸਪੌਂਸ ਮਿਲਿਆ? ਇੰਗਲਿਸ਼ ਵਾਲਿਆਂ ਤੋਂ ਖਾਸ ਤੌਰ 'ਤੇ ਕਮਾਲ ਹੋ ਗਈ। ਉੱਥੇ ਨਾ ਪਹਿਲਾਂ ਤਾਂ ਮੇਰੇ ਵੱਲ ਕੋਈ ਧਿਆਨ ਨਹੀਂ ਸੀ ਦਿੰਦਾ। ਉਹ ਮੇਰੇ ਇਸ ਤਰ੍ਹਾਂ ਦੇ ਜਿਵੇਂ ਕੱਪੜੇ ਸਾਦੇ ਜਿਹੇ ਪੇਂਡੂ ਜਿਹੇ ਪਾਏ ਹੋਏ ਸੀ। ਫਿਰ ਮੈਂ ਉੱਥੇ ਨਾ ਇੱਕ ਮੇਰੇ ਭੈਣ ਜੀ ਸੀਗੇ ਗੁਲਾਟੀ, ਮੈਡਮ ਗੁਲਾਟੀ, ਸੁਨੀਤਾ ਗੁਲਾਟੀ ਸੀ ਸ਼ਾਇਦ, ਉਹਨਾਂ ਨੂੰ ਮੈਂ ਕਿਹਾ ਕਿ ਭੈਣ ਜੀ ਆ ਤਾਂ ਮੇਰੀ ਬੜੀ ਪ੍ਰੋਬਲਮ ਆ, ਤੁਸੀਂ ਮੇਰੀ ਹੈਲਪ ਕਰ ਸਕਦੇ, ਕਹਿੰਦੇ ਦੱਸੋ। ਅਤੇ ਮੈਂ ਇੰਗਲਿਸ਼ ਦੇ ਵਿੱਚ ਇੱਕ ਸਕ੍ਰਿਪਟ ਤਿਆਰ ਕੀਤੀ। ਉਹ ਸਕ੍ਰਿਪਟ ਉਹਨਾਂ ਨੇ ਠੀਕ ਕਰਤੀ। ਜਿਹੜੇ ਬਾਜਵਾਰ ਲਾਉਣ ਤੋਂ ਰਹਿੰਦੇ ਸੀ ਜਾਂ ਬਹੁਤ ਜ਼ਿਆਦਾ ਲੱਗੇ ਹੋਏ ਸੀ, ਉਹਨਾਂ ਨੇ ਘੱਟ ਵੱਢ ਕਰਤੀ। ਜਦੋਂ ਮੈਂ ਉਹ ਲੈ ਕੇ ਬੱਚਿਆਂ ਦੇ ਸਾਹਮਣੇ ਗਿਆ, ਬੱਚਿਆਂ ਨੂੰ ਮੇਰੀ ਗੱਲ ਸਮਝ ਆਉਣ ਲੱਗ ਗਈ। ਫਿਰ ਤਾਂ ਇੱਕ ਇਹੋ ਜਿਹਾ ਰਾਬਤਾ ਬਣ ਗਿਆ ਨਾ। ਫਿਰ ਉੱਥੇ ਇਲਫੋਰਡ ਦੇ ਵਿੱਚ ਸਾਰੇ ਸਕੂਲਾਂ 'ਚ ਇਹ ਗੱਲ ਫੈਲ ਗਈ ਕਿ ਇੱਕ ਪੰਜਾਬ ਤੋਂ ਇਹੋ ਜਿਹਾ ਕਲਾਕਾਰ ਆਇਆ ਜਿਹੜਾ ਐਨੀਮਲ ਸਟੋਰੀ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕਰਦਾ। ਸੋ ਮੇਰੀ ਉੱਥੇ ਡਿਮਾਂਡ ਫਿਰ ਵੱਧ ਗਈ। ਮੈਂ ਇੱਕ ਦਿਨ ਕੰਮ ਕਰਦਾ ਸੀ, ਦੂਏ ਦਿਨ ਜਾ ਕੇ ਮੈਂ ਉੱਥੇ ਜਿਹੜਾ ਸੀਗਾ ਦੂਏ ਦਿਨ ਬੱਚਿਆਂ ਨੂੰ 25 ਮਿੰਟ ਦੀ ਪਰਫਾਰਮੈਂਸ ਦਿੰਦਾ ਅਤੇ ਉਹਨਾਂ ਦੇ ਬੱਚੇ ਕਰਦੇ ਸੀ ਪਰਫਾਰਮੈਂਸ। ਫਿਰ ਹੋਰ ਟਾਈਮ ਘੱਟ ਗਿਆ, ਫਿਰ ਮੈਂ ਸਵੇਰੇ ਤਿਆਰ ਕਰਨੀ, ਸ਼ਾਮ ਨੂੰ ਬੱਚਿਆਂ ਦੀ, ਦੁਪਹਿਰ ਤੋਂ ਬਾਅਦ ਬੱਚਿਆਂ ਨੂੰ, ਲੰਚ ਤੋਂ ਬਾਅਦ, ਆਪਣੇ ਰਿਸੈਸ ਤੋਂ ਬਾਅਦ ਉਹਨਾਂ ਨੂੰ ਬੱਚਿਆਂ ਤੋਂ ਪਰਫਾਰਮੈਂਸ ਕਰਾ ਦੇ। ਤੁਸੀਂ ਆਪਣੀ ਇੰਗਲਿਸ਼ ਨੂੰ ਛੁਪਾਉਣ ਵਾਸਤੇ ਤੁਸੀਂ ਬੱਚਿਆਂ ਨੂੰ ਕਰਦੇ ਯੈਸ ਯੈਸ ਇਸ਼ਾਰਿਆਂ ਨਾਲ, ਉਹ ਕੀ ਚੱਕਰ ਸੀਗਾ? ਯੈਸ, ਮੈਂ ਚਾਹੁੰਦਾ ਸੀਗਾ ਕਿ
ਇਹ ਲੈਂਗੁਏਜ ਬਾਡੀ ਲੈਂਗੁਏਜ ਨੂੰ ਵੱਧ ਤੋਂ ਵੱਧ ਯੂਜ਼ ਕਰਾਂ। ਜੇ ਮੈਂ ਇੰਗਲਿਸ਼ ਗਲਤ ਬੋਲੂੰਗਾ ਤਾਂ ਹੋ ਸਕਦਾ ਬੱਚਿਆਂ 'ਤੇ ਪ੍ਰਭਾਵ ਉਹ ਨਾ ਪਵੇ, ਹੈਲਦੀ ਪ੍ਰਭਾਵ ਨਾ ਪਵੇ, ਉਹਨਾਂ ਨੂੰ ਐਂ ਨਾ ਲੱਗੇ ਵੀ ਉਹਨੂੰ ਤਾਂ ਕੁਛ ਆਉਂਦਾ ਹੀ ਨਹੀਂ। ਸੋ ਫਿਰ ਮੈਂ ਉੱਥੇ ਕਹਿੰਦਾ ਸੀਗਾ ਜਿਵੇਂ ਵੀ ਤੁਸੀਂ ਇੱਕ ਦੂਜੇ ਤੋਂ ਪਰੇ ਪਰੇ ਹੋ ਜਾਓ, ਤਾਂ ਮੈਂ ਕਹਿੰਦਾ ਯੈਸ ਪਲੀਜ਼ ਪਲੀਜ਼ ਪਲੀਜ਼, ਅਤੇ ਜੇ ਨੇੜੇ ਕਹਿੰਦਾ ਸੀ ਯੈਸ ਪਲੀਜ਼ ਪਲੀਜ਼ ਪਲੀਜ਼। ਇਸ ਤਰ੍ਹਾਂ ਜੇ ਮੈਂ ਕੁਛ ਗਾਉਣ ਲਈ ਕਹਿੰਦਾ ਸੀਗਾ ਪਲੀਜ਼ ਮਤਲਬ ਗਾਓ, ਇਹ ਜਦੋਂ ਕਹਿੰਦੇ ਗਾਓ, ਉਹ ਸਾਰਾ ਕੁਛ ਸਮਝਦੇ ਸੀਗੇ। ਸੋ ਇਹਦੇ ਨਾਲ ਇੱਕ ਰਾਬਤਾ ਪੈਦਾ ਹੋ ਗਿਆ। ਮੈਨੂੰ ਉਹਨਾਂ ਨੇ ਬੱਚਿਆਂ ਨੇ ਕਾਫੀ ਇੰਗਲਿਸ਼ ਬੋਲਣੀ ਸਿਖਾਤੀ। ਅਖੀਰਲੇ 2-3 ਸਕੂਲਾਂ 'ਚ ਮੈਂ ਬੋਲਿਆ। ਇੰਗਲਿਸ਼ ਦੇ ਵਿੱਚ ਤੁਸੀਂ ਪਰਫੈਕਟ ਹੋ ਗਏ ਇੰਗਲਿਸ਼ ਦੇ ਵਿੱਚ? ਨਹੀਂ, ਪਰਫੈਕਸ਼ਨ ਤਾਂ ਕਿਸੇ ਲੈਂਗੁਏਜ ਦੇ ਵਿੱਚ ਇੰਨੀ ਛੇਤੀ ਨਹੀਂ ਹੁੰਦਾ, ਬੰਦਾ ਸਾਰੀ ਉਮਰ ਸਿੱਖਦਾ ਹੀ ਰਹਿੰਦਾ। ਪਰ ਜਿਵੇਂ ਤੁਸੀਂ ਕਹਿ ਸਕਦੇ ਹੋ ਕਿ ਕਾਫੀ ਵਧੀਆ ਬੋਲਣੀ ਸ਼ੁਰੂ ਕਰ। ਪ੍ਰੋਨਾਊਂਸੀਏਸ਼ਨ ਤੁਸੀਂ ਕਿਵੇਂ ਸਮਝ ਲੈਂਦੇ ਸੀਗੇ? ਬਸ ਜਿਵੇਂ ਮੈਂ ਉੱਥੇ ਬੈਠਾ ਅੰਦਰ, ਤਾਂ ਬੱਚੇ ਮੈਨੂੰ ਟੀਚਰ ਆ ਕਹਿੰਦਾ ਵੀ ਤੁਹਾਨੂੰ ਬੱਚੇ ਮਿਲਣਾ ਚਾਹੁੰਦੇ ਸੀ। ਮੈਂ ਗਰਾਊਂਡ 'ਚ ਮੈਨੂੰ ਲੈ ਜਾਂਦੇ ਸੀ, ਫਿਰ ਮੈਨੂੰ ਕਹਿੰਦੇ ਸੀ ਬੱਚੇ ਦੀ ਆਵਾਜ਼ ਕੱਢ, ਬੇਬੀ ਕਰਾਇੰਗ ਹੈ ਨਾ, ਆਹ ਕਰ। ਮੈਂ ਉਸ ਤਰ੍ਹਾਂ ਕਰਕੇ ਦਿਖਾਉਂਦਾ ਸੀ। ਇੱਕ ਛੋਟੀ ਜਿਹੀ ਬੱਚੀ ਆਈ, ਕਹਿੰਦੀ ਦੇਅਰਸ ਅ ਬੇਬੀ ਇਨ ਹਿਜ਼ ਹੈਡ, ਦੇਅਰਸ ਬੇਬੀ ਇਨ ਹਿਜ਼ ਹੈਡ। ਉਹ ਛੋਟੇ ਛੋਟੇ ਬੱਚਿਆਂ ਦੀਆਂ ਉਹ ਗੱਲਾਂ ਮੈਨੂੰ, ਮੈਂ ਇੱਥੋਂ 'ਤੇ ਬੈਠਾ ਸੀਗਾ, ਦੁਪਹਿਰੇ ਅਸੀਂ ਖਾ ਰਹੇ ਸੀ ਜੋ ਉੱਥੇ ਦਿੰਦੇ ਨੇ ਦੁਪਹਿਰ ਨੂੰ ਨਾ, ਅਤੇ ਇੱਕ ਬੱਚਾ ਮੈਨੂੰ ਕਹਿੰਦਾ ਕਿ ਇਹ ਐਮੀ ਤੁਹਾਡੇ ਕੋਲ ਬੈਠਣਾ ਚਾਹੁੰਦੀ ਹੈ। ਮੈਂ ਕਿਉਂ ਨਹੀਂ ਹੋਇਆ ਜਿਹੜੀ ਇਸ ਤਰ੍ਹਾਂ ਉਹ ਮੇਰੇ ਕੋਲ ਬੈਠੀ ਅਤੇ ਮੈਨੂੰ ਮੇਰੇ ਵੱਲ ਗੱਲਾਂ ਕਰਦੇ ਨਾ, ਮੇਰੇ ਵੱਲ ਦੇਖੀ ਜਾਵੇ। ਸੋ ਇਹ ਜਿਹੜਾ ਉਤਸੁਕਤਾ ਬੱਚਿਆਂ 'ਚ ਪੈਦਾ ਹੋਈ, ਉਹ ਤੋਂ ਮੈਂ ਵੀ ਹੈਰਾਨ ਸੀ ਵੀ ਇਹ ਕਿਸ ਤਰ੍ਹਾਂ। ਅੱਛਾ, ਤੁਸੀਂ ਜਦੋਂ ਆਪਣੀ ਕਲਾਕਾਰੀ ਦਿੰਦੇ ਹੋ ਜਾਂ ਆਪਣੀ ਪੇਸ਼ਕਾਰੀ ਦਿੰਦੇ ਹੈਗੇ ਬੱਚਿਆਂ ਦੀ, ਤੁਸੀਂ ਉਸ ਵਕਤ ਡਿਫਰੈਂਟ ਕਿਸਮ ਦੀ ਜਿਹੜੀ ਹੈਗੀਆਂ ਆਵਾਜ਼ਾਂ ਕੱਢਦੇ ਹੋ। ਬੱਚੇ ਦੀ ਆਵਾਜ਼ ਵੀ ਕੱਢ ਲੈਂਦੇ ਹੋ ਤੁਸੀਂ ਬਜ਼ੁਰਗ ਦੀ ਆਵਾਜ਼ ਵੀ ਕੱਢ ਲੈਂਦੇ ਹੋ, ਤੁਸੀਂ ਬੁੜੀ ਦਾਦੀ ਦੀ ਆਵਾਜ਼ ਵੀ ਕੱਢ ਲੈਂਦੇ ਹੋ, ਤੁਸੀਂ ਮਾਂ ਦੀ ਆਵਾਜ਼ ਵੀ ਕੱਢ ਲੈਂਦੇ ਹੋ। ਇਹ ਕਲਾਕਾਰੀ ਤੁਹਾਡੇ 'ਚ ਜਿਹੜੀ ਹੈਗੀ ਉਹ ਕਿਵੇਂ ਆਈ? ਤੁਸੀਂ ਕਿਵੇਂ ਕਰ ਲੈਂਦੇ ਇਸ ਤਰ੍ਹਾਂ? ਦੇਖੋ, ਮੈਂ ਪਹਿਲਾਂ ਨਾਟਕਾਂ 'ਚ ਕੰਮ ਕੀਤਾ, ਕਈ ਨਾਟਕਾਂ 'ਚ ਕੰਮ ਕੀਤਾ ਔਰ ਕਈ ਸਾਲ ਕੀਤਾ। ਪਰ ਉਹ ਨਾਟਕ ਮੰਡਲੀਆਂ ਵਾਲੇ ਜਦੋਂ ਜਿਹੜੇ ਸਾਡੇ ਡਾਇਰੈਕਟਰ ਸੀਗੇ ਉਹ ਆਪਣੇ ਕੰਮਾਂ 'ਚ ਰੁੱਝ ਗਏ ਹੈ ਨਾ ਜੀ, ਅਤੇ ਫਿਰ ਮੈਂ ਮਹਿਸੂਸ ਕਰਨ ਲੱਗਿਆ ਹੁਣ ਮੈਂ ਕਿੱਧਰ ਜਾਵਾਂ। ਫਿਰ ਮੈਂ ਹਿਸਟੋਰੀਅਨਸ ਕਰਨੀ ਸ਼ੁਰੂ ਕਰ ਦਿੱਤੀ। ਇੱਕੋ ਹੀ ਬੰਦੇ ਨੇ ਕਈ ਪਾਤਰਾਂ ਦੇ ਡਾਇਲੋਗ ਬੋਲ ਕੇ ਇੱਕ ਖਾਸ ਸਿੱਟੇ 'ਤੇ ਪਹੁੰਚਣਾ ਹੁੰਦਾ ਸੀ। ਸੋ ਮੈਂ ਉਹ ਆਵਾਜ਼ਾਂ ਦਾ ਅਭਿਆਸ ਕਰਦਾ ਰਿਹਾ, ਨਾਲੇ ਉਹ ਕਿੱਥੋਂ ਖੜ੍ਹ ਕੇ ਕਿਹੜਾ ਡਾਇਲੋਗ ਬੋਲਣਾ, ਉਹਦੀ ਕੀ ਦਿਸ਼ਾ ਹੋਊਗੀ, ਕਿਸ ਤਰ੍ਹਾਂ ਦਾ, ਕੀ ਉਹਦਾ ਪੱਧਰ ਹੋਣਾ ਚਾਹੀਦਾ, ਕਿਸ ਤਰ੍ਹਾਂ ਦਾ ਨਾ, ਉਹ ਸਾਰਾ ਕੁਛ ਮੈਂ ਉਹਦਾ ਅਭਿਆਸ ਕਰਦਾ ਰਿਹਾ। ਉਹਨਾਂ 'ਚ ਇੱਕ ਆਵਾਜ਼ ਬੱਚੇ ਦੀ ਵੀ ਸੀ। ਸੋ ਇਹ ਸਾਰੀਆਂ ਆਵਾਜ਼ਾਂ ਅਭਿਆਸ ਨਾਲ ਆਈਆਂ ਨੇ। ਦੂਜਾ ਕੋਈ ਬੰਦਾ ਤੁਹਾਨੂੰ ਕਿਸ ਤਰ੍ਹਾਂ ਬੋਲਦਾ, ਉਹਨੂੰ ਧਿਆਨ ਨਾਲ ਦੇਖੋ, ਫਿਰ ਉਸ ਤਰ੍ਹਾਂ ਦੀ ਆਵਾਜ਼ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰੋ। ਨਹੀਂ, ਇਹ ਆਪਣੇ ਆਪ ਹੀ ਹੋ ਜਾਂਦਾ, ਪਰ ਇਹਦੇ ਲਈ ਸਾਧਨਾ ਦੀ ਜ਼ਰੂਰਤ ਆ। ਅਜੇ ਵੀ ਮੈਨੂੰ ਬਾਹਰ ਜਾ ਕੇ ਜਦੋਂ ਮੈਂ ਸੈਰ ਲਈ ਜਾਂਦਾ ਨਾ, ਅਤੇ ਉਹ ਸੈਰ ਵਾਲਾ ਸਮਾਂ ਇੱਧਰੇ ਲੱਗਦਾ ਜ਼ਿਆਦਾ। ਤੁਸੀਂ ਜਿਹੜੇ ਮਾਣੋ ਬਿੱਲੀ ਵਾਲਾ ਜਿਹੜਾ ਗਾਇਆ ਸੀ, ਉਹਦੇ ਵਿੱਚ ਬੱਚੇ ਦੀ ਆਵਾਜ਼ ਜਿਹੜੀ ਹੈਗੀ ਬੜੀ ਪਰਫੈਕਸ਼ਨ ਨਾਲ ਕੱਢੀ ਸੀ। ਉਹਦੇ ਕੁਝ ਸਾਨੂੰ ਸੁਣਾਓਗੇ ਜਰਾ? ਮੀਤੇ ਬੇਟੇ ਵੀਰ ਨੂੰ ਖਿਡਾ, ਵੀਰ ਬਹੁਤ ਰੋ ਰਿਹਾ। ਬੇਟੇ ਜਲਦੀ ਕਰ, ਤੇਰੇ ਪਾਪਾ ਨੂੰ ਰੋਟੀ ਬਣਾਉਣੀ ਆ। ਮੰਮੀ ਮੈਂ ਆਉਣੀ ਆ। ਹਾਏ ਮੈਂ ਮਾਚਾ, ਮੇਰੇ ਸੋਹਣੇ ਵੀਰੇ ਨੂੰ ਕੀ ਹੋ ਗਿਆ? ਓਏ 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 ਮਿਆਉ। ਸੌਂ ਜਾ, ਮਾਣੋ ਬਿੱਲੀ ਆ ਗਈ। ਸੌਂ ਜਾ ਬੱਬੂਆ, ਮਾਣੋ ਬਿੱਲੀ ਆਈ ਆ। ਸੌਂ ਜਾ ਬੱਬੂਆ, ਮਾਣੋ ਬਿੱਲੀ ਆਈ ਆ। ਲੁਕ ਜਾ ਤੂੰ, ਲੁਕ ਜਾਵੇ ਨਾ ਇੱਥੇ ਰੁਕ, ਮਾਰ ਪਰ ਚਾਂਟਾ ਛੇੜਦੇ ਨਾ ਕੋਈ ਟੰਟਾ। ਆਪਾਂ ਨੇ ਵੀ ਉਹਨੂੰ ਦੀ ਚੋਰ ਚੁੱਪ ਲਾਈਆ। ਮੁੰਡੇ ਸੌਂ ਜਾ ਬੱਬੂਆ, ਮਾਣੋ ਬਿੱਲੀ ਆਈ। ਸੌਂ ਜਾ ਬੱਬੂਆ, ਮਾਣੋ ਬਿੱਲੀ ਆਈ। ਬਹੁਤ ਹੀ ਖੂਬ, ਬਹੁਤ ਹੀ ਖੂਬ। ਅੱਛਾ ਕਮਲਜੀਤ ਨੀਲੋਂ ਜੀ, ਸਾਨੂੰ ਇਹ ਦੱਸੋ ਕਿ ਤੁਸੀਂ ਤੁਹਾਡੀ ਜਿਹੜੀ ਇਹ ਪੇਸ਼ਕਾਰੀਆਂ ਹੋਈਆਂ ਹੈਗੀਆਂ, ਇਹਨੂੰ ਲੈ ਕੇ ਤੁਹਾਨੂੰ ਬਹੁਤ ਸਾਰੇ ਅਵਾਰਡਸ ਮਿਲੇ ਹੈਗੇ ਆ। ਉਹ ਕਿਹੜੇ ਅਵਾਰਡ ਸੀ, ਕਿੱਥੋਂ ਤੁਹਾਨੂੰ ਜਿਹੜੇ ਹੈਗੇ ਉਹ ਮਿਲੇ ਹੈਗੇ? ਅਵਾਰਡ ਤਾਂ ਬਹੁਤ ਜ਼ਿਆਦਾ ਮਿਲੇ ਨੇ, ਜਿਨ੍ਹਾਂ ਨੂੰ ਆਪਾਂ ਕਿ ਆਮ ਤੌਰ 'ਤੇ ਮੰਨਦੇ ਨੇ ਲੋਕ ਨਾ। ਇੱਕ ਤਾਂ ਸ਼੍ਰੋਮਣੀ ਬਾਲ ਸਾਹਿਤ ਕਾਰ ਦਾ ਅਵਾਰਡ ਜਿਹੜਾ ਭਾਸ਼ਾ ਵਿਭਾਗ ਸਟੇਟ ਗੌਰਮੈਂਟ ਦਾ, ਅਤੇ ਦੂਸਰੇ ਨੰਬਰ 'ਤੇ ਸਾਹਿਤ ਅਕਾਦਮੀ ਦਿੱਲੀ ਵਾਲਿਆਂ ਦਾ ਅਵਾਰਡ ਹੈ। ਇਸ ਤੋਂ ਬਿਨਾਂ ਮੇਰੇ ਲਈ ਉਹ ਵੀ
ਇੰਨੇ ਮਹੱਤਵਪੂਰਨ ਨੇ ਜਿਹੜੇ ਬਾਕੀ ਸੰਸਥਾਵਾਂ ਨੇ ਦੇਸਾਂ ਵਿਦੇਸਾਂ 'ਚ ਜਾਂ ਇੱਧਰ ਅਵਾਰਡ ਦਿੱਤੇ ਨੇ, ਮੈਂ ਉਹਨਾਂ ਦਾ ਵੀ ਸਤਿਕਾਰ ਕਰਦਾ ਅਤੇ ਮੈਂ ਤੁਹਾਡੇ ਵੈਬ ਟੀਵੀ ਰਾਹੀਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹ ਮੈਨੂੰ ਹੁੰਗਾਰਾ ਭਰਦੇ ਆਏ ਨੇ ਅਤੇ ਮੇਰੇ ਸਰੀਰ ਦੇ ਵਿੱਚ ਤਾਕਤ ਆਉਂਦੀ ਗਈ ਹੈ। ਤੁਹਾਨੂੰ ਬਾਹਰ ਅਬਰੋਡ ਦੇ ਵਿੱਚ ਵੀ ਤੁਹਾਨੂੰ ਕੁਝ ਅਵਾਰਡਸ ਮਿਲੇ ਹੈਗੇ ਆ ਆਪਣੀ ਪੇਸ਼ਕਾਰੀਆਂ ਦੇ, ਉਹ ਕਿੱਥੇ ਕਿਹੜੇ ਦੇਸ਼ 'ਚ ਮਿਲੇ? ਸਾਰੇ ਦੇਸਾਂ 'ਚ, ਕੈਨੇਡਾ ਦੇ ਵਿੱਚ ਟਰਾਂਟੋ, ਉਸ ਤੋਂ ਬਾਅਦ ਕੈਲਗਰੀ, ਵਿਨੀਪੈਗ, ਆਪਣੇ ਐਡਮਿੰਟਨ ਤੇ ਸਰੀ, ਵੈਨਕੂਵਰ, ਇਹ ਸਾਰੇ ਥਾਂ 'ਤੇ ਜਿਹੜੇ ਸੰਸਥਾਵਾਂ ਕਰਾਉਂਦੀਆਂ ਸੀ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਆਨਰ ਕਰਦੀਆਂ। ਫਿਰ ਉੱਥੇ 2 ਵਾਰੀ ਉਹਨਾਂ ਨੇ ਆਪਣੇ ਜਗਦੀਸ਼ ਗਰੇਵਾਲ ਜੀ ਹੋਰੀ ਨੇ, ਸ਼ੇਰ ਦਿਲਜੀਤ ਢਿੱਲੋਂ ਨੇ, ਸੇਵਾ ਸਿੰਘ ਮੋਰ ਨੇ, ਇਕਬਾਲ ਮਾਲ ਜੀ, ਉਹਨਾਂ ਨੇ 2 ਵਾਰੀ ਮੇਰਾ ਕੈਨੇਡਾ ਦੇ ਵਿੱਚ ਉੱਥੋਂ ਦੇ ਝੰਡੇ ਨਾਲ ਵੀ ਉਹਨਾਂ ਨੇ ਸਨਮਾਨ ਕੀਤਾ। ਹੁਣ ਮੈਨੂੰ ਨਹੀਂ ਪਤਾ ਇਹਦੀ ਕਿ ਇਸ ਸਮਾਜ 'ਚ ਕਿੱਡੀ ਵੈਲਿਊ ਹੈ, ਪਰ ਇਹ ਮੈਨੂੰ ਲੱਗਦਾ ਹੈ ਕਿ ਬਹੁਤ ਵੱਡਾ ਅਵਾਰਡ ਹੈ ਵੀ। ਅੱਛਾ, ਤੁਸੀਂ ਦੇਖੋ ਬੱਚਿਆਂ ਵਾਸਤੇ, ਛੋਟੇ ਬੱਚਿਆਂ ਵਾਸਤੇ ਤਾਂ ਗਾਇਆ ਹੀ ਹੈਗਾ, ਲੋਰੀਆਂ ਵਗੈਰਾ ਗਾਈਆਂ ਹੈਗੀਆਂ। ਲੜਕੀਆਂ ਨੂੰ ਲੈ ਕੇ ਖਾਸ ਤੌਰ 'ਤੇ ਉਹਨਾਂ ਵਾਸਤੇ ਵੀ ਤੁਸੀਂ ਕਾਫੀ ਕੁਝ ਲਿਖਿਆ ਅਤੇ ਕਾਫੀ ਕੁਝ ਗਾਇਆ ਵੀ ਹੈਗਾ। ਜਿਹੜਾ ਤੁਸੀਂ ਲਿਖਿਆ ਹੈਗਾ ਔਰ ਗਾਇਆ ਹੈਗਾ, ਅਤੇ ਤੁਸੀਂ ਡਫਲੀ ਨਾਲ ਵੀ ਗਾਉਂਦੇ ਹੈਗੇ ਆ, ਬਹੁਤ ਅੱਛਾ ਲੱਗਦਾ ਹੈਗਾ। ਅਤੇ ਡਫਲੀ ਨਾਲ ਜਿਹੜਾ ਤੁਸੀਂ ਗਾਇਆ ਹੈਗਾ ਉਹ ਪਲੀਜ਼ ਸਾਡੇ ਦਰਸ਼ਕਾਂ ਨੂੰ ਸੁਣਾਓਗੇ ਕੁਛ? ਡਫਲੀ ਨਾਲ ਮੈਂ ਸ਼ੁਰੂ ਦੇ ਵਿੱਚ ਪਹਿਲਾਂ ਡਫਲੀ ਨਾਲੇ ਗੀਤ ਗਾਉਣਾ, ਅਤੇ ਜਦੋਂ ਮੇਰੇ ਸੈਰ ਕਰ ਰਿਹਾ ਹੁੰਦਾ ਉਦੋਂ ਮੇਰੇ ਦੰਦ ਮੈਨੂੰ ਰਿਦਮ ਦਾ ਕੰਮ ਦਿੰਦੇ ਨੇ, ਅਤੇ ਮੈਂ ਆਪਣੇ ਗੀਤਾਂ ਦਾ ਉਹਦੇ 'ਚ ਰਿਆਜ਼ ਉਹਨਾਂ ਰਾਹੀਂ ਵੀ ਕਰਦਾ, ਕਿਵੇਂ ਤਾਲ ਦੇ ਵਿੱਚ ਰਹਿਣਾ। ਕਾਫੀ ਅਭਿਆਸ ਕਰਦਾ, ਕਿੰਨਾ ਕੁ ਮੈਂ ਤਾਲ 'ਚ ਜਾਂ ਮੈਂ ਕਿੰਨਾ ਕੁ ਸੁਰਦਾ, ਇਹਦੇ ਬਾਰੇ ਮੈਨੂੰ ਕੋਈ ਭਰਮ ਨਹੀਂ ਹੈਗਾ, ਹੈ ਨਾ ਜੀ। ਸੋ ਡਫਲੀ ਦਾ ਬਹੁਤ ਵੱਡਾ ਰੋਲ ਆ ਇਹ ਸਾਰੇ ਉਹਦੇ ਵਿੱਚ। ਉਹਦਾ ਗਾਣਾ ਤੁਹਾਡਾ ਸਵਾਲ ਕੀ ਸੀ? ਸਾਨੂੰ ਤੁਸੀਂ ਡਫਲੀ ਨਾਲ ਜਿਹੜੇ ਤੁਸੀਂ ਗੀਤ ਲਿਖੇ ਹੈਗੇ ਆ ਉਹ ਸਾਨੂੰ ਗਾ ਕੇ ਸੁਣਾਓ, ਸਾਡੇ ਦਰਸ਼ਕਾਂ ਨੂੰ ਪਤਾ ਲੱਗੇ ਕਿ ਤੁਹਾਡੀ ਰਿਦਮ। ਬੜਾ ਕੀ ਔਖਾ ਜਿਗਰ ਦਾ ਟੁਕੜਾ, ਜਿਗਰ ਦਾ ਟੁਕੜਾ ਬੜਾ ਕੀ ਔਖਾ, ਆਪ ਹੀ ਕੱਢ ਕੇ ਦੇਣਾ, ਕਿਉਂ ਘੂਰਦਾ ਵੇ ਬਾਬਲਾ ਬੈਠੀਆਂ ਨੀ ਰਹਿਣਾ, ਕਿਉਂ ਘੂਰਦਾ ਵੇ ਬਾਬਲਾ ਬੈਠੀਆਂ ਨੀ ਰਹਿਣਾ, ਘੂਰ ਕੇ ਅੱਖਾਂ ਸੇਜਲ ਕਰਕੇ ਬਹਿ ਜਾਣਾ ਤੂੰ ਮਨ ਨੂੰ ਭਰ ਕੇ, ਬਹਿ ਜਾਣਾ ਤੂੰ ਮਨ ਨੂੰ ਭਰ ਕੇ, ਸਾਡੇ ਇਸ ਪਿਆਰ ਨੇ ਤੈਨੂੰ ਸਾਡੇ ਇਸ ਪਿਆਰ ਨੇ ਤੈਨੂੰ ਮਲ ਬਣ ਕੇ ਢਾ ਲੈਣਾ, ਕਿਉਂ ਘੂਰਦਾ ਵੇ ਬਾਬਲਾ ਬੈਠੀਆਂ ਨੀ ਰਹਿਣਾ, ਤੂੰ ਘੂਰਦਾ ਵੇ ਬਾਬਲਾ ਬੈਠੀਆਂ ਨੀ ਰਹਿਣਾ। ਇੰਨੀਆਂ ਮੁਹੱਬਤਾਂ ਪਾ ਸਹੁਰੇ ਘਰ ਵੀ ਜਾ ਕੇ ਹੁੰਦੀਆਂ ਨਹੀਂ ਜੁਦਾ, ਬਾਬਲ ਵੇ ਧੀਆਂ ਮੋਰਨੀਆਂ ਸਭਨਾਂ ਨੂੰ ਪੈਂਦੀਆਂ ਤੁਰਨੀਆਂ, ਵੇ ਬਾਬਲ ਵੇ ਧੀਆਂ ਮੋਰਨੀਆਂ ਸਭਨਾਂ ਨੂੰ ਪੈਂਦੀਆਂ ਤੁਰਨੀਆਂ। ਇਸ ਤਰ੍ਹਾਂ ਦੇ ਕਿੰਨੇ ਗੀਤ ਨੇ। ਇਸ ਵਾਸਤੇ ਤੁਸੀਂ ਕਿੰਨਾ ਕੁ ਰਿਆਜ਼ ਕਰਦੇ ਹੋ? ਜੀ ਮੈਂ ਨਾ ਸੱਚ ਦੱਸਾਂ, ਮੈਂ 2 ਘੰਟੇ ਰੋਜ਼ ਕਰਦਾ, ਉਹਦੇ ਵਿੱਚ ਬਹੁਤ ਕੁਛ ਹੁੰਦਾ, ਰਿਆਜ਼ ਵੇਰੀਏਸ਼ਨ ਵੀ ਹੁੰਦੀ ਆ, ਹਾਰਮੋਨੀਅਮ ਨੂੰ ਵੀ ਫੜ ਲਈਦਾ, ਉਹਨੂੰ ਵਿਚਾਰੇ ਨੂੰ ਵੀ ਤੰਗ ਕਰੀਦਾ, ਉਹ ਬਸ ਆਪਣੀ ਮਸਤੀ 'ਚ ਰਹੀਦਾ, ਬਹੁਤ ਸੋਹਣਾ ਲੱਗਦਾ, ਮੈਨੂੰ ਚੰਗਾ ਲੱਗਦਾ ਹੈ ਨਾ। ਇੱਥੋਂ ਨੂੰ ਅੰਦਰ ਨਾ ਇੱਕ ਸਕੂਨ ਜਿਹਾ ਜਦੋਂ ਮਿਲਣ ਲੱਗ ਜਾਂਦਾ, ਉਹਦਾ ਆਪਣਾ ਹੀ ਆਨੰਦ ਹੁੰਦਾ। ਜਦੋਂ ਤੁਹਾਡੀ ਇੰਗੇਜਮੈਂਟ ਹੋਈ ਸੀ ਉਸ ਵਕਤ ਤੁਸੀਂ ਕੋਈ ਕਵਿਤਾ ਲਿਖੀ ਸੀ ਕਿ ਗੀਤ ਲਿਖਿਆ ਸੀਗਾ, ਉਹ ਕੀ ਸੀਗਾ? ਉਹਦੇ ਬਾਰੇ ਸਾਨੂੰ ਜਾਣਕਾਰੀ।
ਵਿਆਹ ਹੋਇਆ ਸੀ ਪਹਿਲਾਂ ਤਾਂ ਵਿਆਹ ਹੋਣ ਨੂੰ ਕਾਫੀ ਟਾਈਮ ਲੱਗ ਗਿਆ ਸੀ। ਹੁਣ ਦੇਖੋ ਘਰ ਜਾਂ ਤੁਸੀਂ ਇਹ ਥੋੜਾ ਕਹਿੰਦੇ ਪਏ ਓਏ ਮੇਰਾ ਕਰ ਦਿਓ ਵਿਆਹ ਕਰ ਦਿਓ, ਐਂ ਥੋੜਾ ਰੌਲਾ ਪਾਓਗੇ ਨਾ। ਬੰਦੇ ਦੇ ਹਾਵ ਭਾਵ ਤੋਂ ਬੰਦੇ ਦੇ ਕਲਤਾ ਤੋਂ ਤੁਸੀਂ ਅੰਦਾਜ਼ਾ ਘਰਦਿਆਂ ਨਹੀਂ ਲਾਉਣਾ ਹੁੰਦਾ ਜਾਂ ਭੈਣਾਂ ਭਰਜਾਈਆਂ ਨੇ ਲਾਉਣਾ ਹੁੰਦਾ। ਚਲੋ ਆਪਾਂ ਕਿਸੇ ਨੂੰ ਦੋਸ਼ ਕੀ ਦੇਣਾ। ਸੋ ਉਹ ਨਾ ਜਦੋਂ ਮੇਰਾ ਮੰਗਣਾ ਹੋ ਗਿਆ, ਮੰਗਣਾ ਹੋਣ ਦੇ ਪਿੱਛੇ ਵੀ ਇੱਕ ਹੋਰ ਕਹਾਣੀ ਸੀ। ਤੇ ਜਿਹੜੇ ਪਰਮਜੀਤ ਦੇ ਮੇਰਾ ਜਿਹੜਾ ਜੀਵਨ ਸਾਥਣ ਆ ਪਰਮਜੀਤ, ਉਹਦੇ ਜਿਹੜੇ ਭਰਾ ਸੀ ਉਹ ਵੀ ਮੇਰੇ ਟੀਵੀ ਤੇ ਪ੍ਰੋਗਰਾਮ ਦੇਖਦੇ ਰਹਿੰਦੇ ਸੀ। ਜਦੋਂ ਮੇਰਾ ਪ੍ਰੋਗਰਾਮ ਹੁੰਦਾ ਸਾਰਿਆਂ ਨੂੰ ਹਾਕ ਮਾਰ ਲੈਂਦੇ ਸੀ ਵੀ ਆ ਜਾਓ ਇੱਕ ਕਲਾਕਾਰ ਦਿਖਾਈਏ ਸਾਨੂੰ। ਤਾਂ ਮੇਰਾ ਤਾਂ ਗਰਾਊਂਡ ਉਸ ਹਿਸਾਬ ਨਾਲ ਤਿਆਰ ਹੋਇਆ ਹੈ। ਤੇ ਜਦੋਂ ਮੰਗਣਾ ਹੋ ਗਿਆ, ਮੰਗਣੇ ਹੋਣ ਤੋਂ ਬਾਅਦ ਮਾਂ ਮੇਰੇ ਥੋੜ੍ਹੇ ਜਿਹੇ ਖਿਆਲਾਂ ਦੇ ਸੀ ਇਸ ਤਰ੍ਹਾਂ ਦੇ ਵੀ ਤੁਸੀਂ ਇੱਕ ਦੂਜੇ ਨਾਲ ਗੱਲ ਕਰੋ ਤਾਂ ਕਿ ਤੁਹਾਨੂੰ ਇੱਕ ਦੂਜੇ ਦਾ ਪਤਾ ਲੱਗੇ ਵੀ ਤੁਹਾਡਾ ਕਿੱਥੇ, ਤੁਹਾਡਾ ਪੱਧਰ ਕੀ ਹੈ ਦੋਹਾਂ ਦੇ ਸੋਚਣ ਦਾ। ਤੇ ਮੈਂ ਫੋਨ ਕਰ ਲਿਆ ਵੀ ਤੁਸੀਂ ਕੀ ਕਰਦੇ ਹੁੰਦੇ ਹੋ ਅੱਜ ਕੱਲ੍ਹ। ਤੇ ਉਹ ਕਹਿੰਦੇ ਮੈਂ ਸਵੈਟਰ ਬੁਣਦੀ ਹੁੰਦੀ ਹਾਂ। ਤੇ ਮੈਂ ਕਿਹਾ ਕਿਹਦਾ? ਤੇ ਉਹ ਹੱਸ ਪਏ। ਤੇ ਮੈਂ ਉਦੋਂ ਉਹ ਗੀਤ ਲਿਖਿਆ ਸੀਗਾ, ਡਫਲੀ ਨਾਲ ਸੁਣਾ। ਸਗਨਾਂ ਦੀ ਮੁੰਦਰੀ ਜਦੋਂ ਦਾ ਮਾਹੀ ਪਾ ਗਿਆ ਏ ਤੂੰ, ਲੱਗੇ ਜਿਵੇਂ ਹਵਾ ਵਿੱਚ ਉੱਡਣਾ ਸਿਖਾ ਗਿਆ ਏ ਤੂੰ। ਸਗਨਾਂ ਦੀ ਮੁੰਦਰੀ ਜਦੋਂ ਦਾ ਮਾਹੀ ਪਾ ਗਿਆ ਏ ਤੂੰ, ਲੱਗੇ ਜਿਵੇਂ ਹਵਾ ਵਿੱਚ ਉੱਡਣਾ ਸਿਖਾ ਗਿਆ ਏ ਤੂੰ। ਤੇਰੇ ਖਿਆਲਾਂ ਵਿੱਚ ਖੋਇਆ ਰਹਿੰਦਾ ਦਿਲ, ਤੇਰੇ ਖਿਆਲਾਂ ਵਿੱਚ ਖੋਇਆ ਰਹਿੰਦਾ ਦਿਲ। ਦਿਲ ਏ ਸੋਹਣਿਆ ਮੇਰਾ ਸਵੈਟਰ ਬੁਣਦੀ ਮੈਂ ਤੇਰਾ, ਸਵੈਟਰ ਬੁਣਦੀ ਮੈਂ ਤੇਰਾ, ਸਵੈਟਰ ਬੁਣਦੀ ਮੈਂ ਤੇਰਾ, ਸਵੈਟਰ ਬੁਣਦੀ ਮੈਂ ਤੇਰਾ। ਆਖਰੀ ਦਾ ਸਰੰਜਾ ਬੰਦ। ਪੇਕਾ ਪਿੰਡ ਮੈਨੂੰ ਹੁਣ ਲੱਗਦਾ ਹੈ ਓਪਰਾ, ਲੱਗੀ ਜਿਵੇਂ ਹੋਵੇ ਪਰਦੇਸ ਨੀ। ਨਦੀ ਦੇ ਕਿਨਾਰੇ ਨੀਲੋਂ ਵਸਦਾ ਹੈ ਪਿੰਡ ਜਿਹੜਾ, ਮੇਰੀ ਸੁਪਨਿਆਂ ਦਾ ਉਹ ਦੇਸ ਨੀ। ਉਸ ਦਿਨ ਦੀ ਮੈਂ ਕਰਦੀ ਉਡੀਕ, ਉਸ ਦਿਨ ਦੀ ਮੈਂ ਤਾਂ ਕਰਦੀ ਉਡੀਕ, ਬਣ ਕੇ ਆਊਗਾ ਜਦੋਂ ਸੇਰਾ। ਸਵੈਟਰ ਬੁਣਦੀ ਮੈਂ ਤੇਰਾ, ਸਵੈਟਰ ਬੁਣਦੀ ਮੈਂ ਤੇਰਾ। ਸ਼ਗਨਾਂ ਦੀ ਮੁੰਦਰੀ ਜਦੋਂ ਦਾ ਮਾਹੀ ਪਾ ਗਿਆ ਏ ਤੂੰ। ਬਹੁਤ ਹੀ ਖੂਬ, ਬਹੁਤ ਹੀ ਖੂਬ। ਤੁਸੀਂ ਬੱਚਿਆਂ ਬਾਰੇ ਲਿਖਦੇ ਹੋ, ਵੱਡਿਆਂ ਬਾਰੇ ਲਿਖਦੇ ਹੋ। ਇਸ ਤੋਂ ਇਲਾਵਾ ਮੈਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਤੁਸੀਂ ਪੇਂਟਿੰਗ ਬਹੁਤ ਅੱਛੀ ਕਰਦੇ ਹੋ। ਉਹਦੇ ਬਾਰੇ ਸਾਨੂੰ ਕੁਝ ਜਾਣਕਾਰੀ ਦਿਓ। ਸ਼ਾਇਦ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ, ਬਾਪੂ ਜੀ ਮੇਰੇ ਡਰਾਇੰਗ ਟੀਚਰ ਸੀ। ਤੇ ਮੈਂ ਜਦੋਂ ਕੋਈ ਕੁੱਕੂ ਭਾਂਗੜੇ ਜੇ ਮਾਰ ਕੇ ਜਿਹੜੇ ਬਾਪੂ ਜੀ ਨੇ ਉਹ ਆਪਣੇ ਸਕੂਲ 'ਚ ਲੈ ਜਾਣੇ, ਜਾ ਕੇ ਦਿਖਾਉਣੇ ਵੀ ਦੇਖੋ ਮੇਰੇ ਬੇਟੇ ਨੇ ਆਹ ਬਣਾਇਆ। ਤੇ ਮੈਨੂੰ ਆ ਕੇ ਦੱਸਦੇ ਸੀਗੇ ਵੀ ਉਹ ਟੀਚਰ ਇਹ ਕਹਿੰਦੇ ਸੀ, ਉਹ ਟੀਚਰ ਇਹ ਕਹਿੰਦੀ, ਉਹ ਟੀਚਰ। ਮੈਨੂੰ ਇੰਨਾ ਹੌਸਲਾ ਮਿਲਣਾ ਤੇ ਮੈਂ ਡਰਾਇੰਗ ਵੱਲ ਖਿੱਚਿਆ ਗਿਆ। ਫਿਰ ਉਸ ਤੋਂ ਬਾਅਦ ਮੇਰਾ ਸਵਰਨਜੀਤ ਸਵੀ ਉਹਨਾਂ ਦੇ ਕੋਲ ਜਦੋਂ ਮੈਂ ਇੱਕ ਚਿੱਤਰ ਬਣਾ ਕੇ ਲੱਗਿਆ, ਕਹਿੰਦੇ ਆਹ ਲਕੀਰ ਬਹੁਤ ਵਧੀਆ। ਤੇ ਫਿਰ ਮੇਰੇ ਮਨ 'ਚ ਆਇਆ ਜੇ ਇਹ ਲਕੀਰ ਵਧੀਆ ਹੈ ਤਾਂ ਬਾਕੀ ਲਕੀਰਾਂ ਵੀ ਤਾਂ ਵਧੀਆ ਬਣੇ ਸਕਦੀਆਂ ਨੇ। ਫਿਰ RM ਸਿੰਘ ਨੇ ਭਰਾ ਨੇ ਮੇਰੇ ਨੇ ਮੈਨੂੰ ਬਹੁਤ, ਦੋਵੇਂ ਸੰਗੀਤ ਆ ਇਹ ਜੋੜੀ ਬਹੁਤ ਹੀ ਪਿਆਰੀ ਹੈ, ਇਹਨਾਂ ਨੇ ਮੈਨੂੰ ਬੜਾ ਪਿਆਰ ਦਿੱਤਾ। ਫਿਰ ਜਰਨੈਲ ਚਿੱਤਰਕਾਰ ਜਿਹੜੇ ਇੱਥੇ ਆਪਣੇ ਚੰਡੀਗੜ੍ਹ ਹੁੰਦੇ ਸੀ, ਅੱਜ ਕੱਲ੍ਹ ਉਹ ਵੈਨਕੂਵਰ ਸਰੀ ਨੇ। ਤੇ ਮੈਂ ਉਹਨਾਂ ਕੋਲ ਵੀ ਜਦੋਂ ਵੀ ਮੈਂ ਵਿਦੇਸ਼ ਜਾਂਦਾ ਉਹਨਾਂ ਕੋਲ ਜਾ ਕੇ ਰਹਿਣਾ। ਤੇ ਇੱਕ ਕੁਲਦੀਪ ਜੀ ਨੇ, ਮੈਂ ਉਹਨਾਂ ਦੀਆਂ ਵੀ ਦੇਖਦਾ ਰਿਹਾ ਚਿੱਤਰਕਾਰੀ ਕੀਤੀ, ਜਿਹੜੇ ਪੰਜਾਬ ਸਕੂਲ ਸਿੱਖਿਆ ਬੋਰਡ 'ਚ ਹੁੰਦੇ ਸੀ। ਸੋ ਉਹਨਾਂ ਤੋਂ ਮੈਂ ਗਾਈਡਲਾਈਨਸ ਉਹਨਾਂ ਨੂੰ ਕਿਹਾ ਵੀ ਮੈਨੂੰ ਗਾਈਡ ਕਰੋ, ਮੈਂ ਕੀ ਕਰਾਂ। ਜਰਨੈਲ ਸਿੰਘ ਕਹਿੰਦੇ ਤੂੰ ਵੱਧ ਤੋਂ ਵੱਧ ਅਭਿਆਸ ਕਰ, ਇਹਦੇ ਵਿੱਚੋਂ ਹੀ ਨਿਕਲੂਗਾ। ਸਵਰਨਜੀਤ ਸਵੀ ਉਹਨਾਂ ਨੇ, ਫਿਰ RM ਸਿੰਘ ਨੇ ਮੇਰੀਆਂ ਉਹ ਜਿਹੜੇ ਮੈਂ ਚਿੱਤਰ ਬਣਾਉਂਦਾ ਸੀ ਉਹਨਾਂ ਨੂੰ ਠੀਕ ਕਰਕੇ ਵੀ ਦੱਸਿਆ ਵੀ ਇਸ ਐਂਗਲ ਤੋਂ ਦੇਖਣਾ ਤਾਂ ਆਹ ਚੀਜ਼ਾਂ ਇਸ ਤਰ੍ਹਾਂ ਦਿਸਣਗੀਆਂ ਨਾ। ਬਹੁਤ ਧਿਆਨ ਨਾਲ ਉਹਨਾਂ ਨੇ ਮੈਨੂੰ ਇਹ ਕੀਤਾ। ਇਸ ਤਰ੍ਹਾਂ ਸਵਰਨਜੀਤ ਵੀਰ ਜੀ ਨੇ ਵੀ ਮੈਨੂੰ ਬੜਾ ਬਹੁਤ, ਜਦੋਂ ਉਹਨਾਂ ਨੂੰ ਜਾ ਕੇ ਆਪਣੀਆਂ ਦਿਖਾਉਂਦਾ ਸੀ ਤਾਂ ਉਹਨਾਂ ਨੂੰ ਵੀ ਉਹ ਠੀਕ ਕਰਦੇ ਸੀ। ਇਹ ਨਾ ਇਹਦੇ ਨਾਲ ਮੇਰੇ ਅੰਦਰ ਬਹੁਤ ਉਤਸ਼ਾਹ ਜਾਗ ਗਿਆ। ਮੈਨੂੰ ਭੂਆ ਜੀ ਮੇਰੇ ਇੱਕ ਵਾਰੀ ਡਾਕਟਰ ਰਮਾ ਰਤਨ ਜਿਨ੍ਹਾਂ ਨੇ ਮੈਨੂੰ ਬਹੁਤ ਸੁਣਿਆ ਔਰ ਮੈਨੂੰ ਐਪਰੀਸ਼ੀਏਟ ਕੀਤਾ। ਤੇ
ਉਹਨਾਂ ਦਾ ਵੀ ਮੈਂ ਬਹੁਤ ਧੰਨਵਾਦੀ ਹਾਂ। ਉਹ ਮੈਨੂੰ ਇੱਕ ਮੇਰਾ ਚਿੱਤਰ ਦੇਖ ਕੇ ਕਹਿੰਦੇ, ਕਮਲਜੀਤ ਜੇ ਤੂੰ ਇਸ ਪਾਸੇ ਵੀ ਤੁਰ ਪੈਂਦਾ ਨਾ, ਤੂੰ ਜ਼ਰੂਰ ਕੁਛ ਨਾ ਕੁਛ ਕਰਦਾ। ਅਤੇ ਮੈਂ ਉਹਨਾਂ ਦੀ ਗੱਲ ਨੂੰ ਦਿਲ 'ਚ ਰੱਖਿਆ। ਮੈਂ ਕਿਹਾ ਜੇ ਉਹਨਾਂ ਨੇ ਕੁਛ ਕਿਹਾ ਤਾਂ ਇਸ ਤਰ੍ਹਾਂ ਬਲਜਿੰਦਰ ਮਾਨ ਨੇ, ਬੜੇ ਪਿਆਰੇ ਦੋਸਤ ਨੇ, ਉਹਨਾਂ ਦਾ ਨਿੱਕੀਆਂ ਕੁਰੰਬਲਾਂ ਨੇ, ਉਹ ਮੇਰੇ ਕੱਚ ਘਰੜ ਉਹ ਜਿਹੜੇ ਸੀਗੇ ਚਿੱਤਰ ਉਹਦੇ ਵਿੱਚ ਆਪਣੇ ਉਹ ਛਾਪਦੇ ਰਹੇ। ਫਿਰ ਭਾਜੀ ਵਰਜਿੰਦਰ ਹਮਦਰਦ, ਉਹਨਾਂ ਦੀ ਵੀ ਬੜੀ ਕਿਰਪਾ ਰਹੀ ਆ। ਉਹ ਮੇਰੀਆਂ ਜਿਹੜੇ ਮੈਂ ਚਿੱਤਰ ਭੇਜਦਾ ਸੀ, ਉਹਦਾ ਸਟਾਫ ਉਹ ਸਾਰੇ ਛਾਪਦਾ ਸੀ। ਸੋ ਇਹ ਸਾਰੀਆਂ ਗੱਲਾਂ ਨੇ ਮੈਨੂੰ ਬਹੁਤ ਹੌਸਲਾ ਦਿੱਤਾ। ਅਤੇ ਅੱਜ ਕੱਲ੍ਹ ਮੇਰੀ ਜਿਹੜੀ ਰੁਚੀ ਆ ਉਹ ਇਹ ਹੈ ਕਿ ਜਿਹੜੇ ਵੀ ਮੈਂ ਚਿੱਤਰ ਬਣਾਵਾਂ ਉਹਦਾ ਕੋਈ ਮੀਨਿੰਗ ਹੋਵੇ, ਚਾਹੇ ਉਹਦੇ ਕੀ ਅਰਥ ਨੇ ਸਮਾਜ ਦੇ ਵਿੱਚ। ਸਮਾਜ ਮੰਨ ਲਓ ਵੀ ਦੋ ਔਰਤਾਂ ਮੈਂ ਘੜੇ ਲਈ ਜਾਂਦੀਆਂ ਦਿਖਾਤੀਆਂ ਹੈ, ਅਤੇ ਉਹ ਨਾਲ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਜਿਹੜੇ ਥਾਵਾਂ 'ਤੇ ਪਾਣੀ ਦੀ ਕਿੱਲਤ ਆ, ਉਹਨਾਂ ਲੋਕਾਂ ਨੂੰ ਕਿੰਨਾ ਤਰੱਦਦ ਕਰਨਾ ਪੈਂਦਾ ਆਪਣੀ ਘਰ ਦੀਆਂ ਲੋੜਾਂ ਪੂਰੀਆਂ ਕਰਨ ਲਈ। ਵੀ ਮੇਰੇ ਵਰਗੇ ਜਿਹੜੇ ਨਹਿਰ ਕਿਨਾਰੇ ਰਹਿੰਦੇ ਨੇ, ਜੇ ਉਹ ਪਾਣੀ ਦੀ ਕਦਰ ਨਹੀਂ ਕਰਦੇ ਤਾਂ ਉਹਨਾਂ ਦੀ ਇਹ ਗਲਤੀ ਹੈ। ਫਿਰ ਜਿਹੜੇ ਅਸੀਂ ਨਹਿਰ ਦੇ ਵਿੱਚ ਲਿਫਾਫੇ ਸਿੱਟਣ ਲੱਗੇ ਹੁੰਦੇ ਆ, ਨੀਲੋਂ ਵਾਲੀ ਨਹਿਰ 'ਚ ਮੈਂ ਬਹੁਤ ਦੇਖਿਆ, ਅਤੇ ਉਹ ਜਿਹੜੇ ਪਾਣੀ ਗੰਧਲਾ ਹੋ ਰਿਹਾ, ਪਾਣੀ 'ਚ ਜੀਵ ਰਹਿੰਦੇ ਨੇ, ਉਹਨਾਂ ਦੀ ਵੀ ਤਾਂ ਕੋਈ ਜ਼ਿੰਦਗੀ ਹੈ। ਉਹ ਜੀਵ ਵੀ ਤਾਂ ਸਾਡੇ ਨੇ, ਸਾਡੀ ਜ਼ਿੰਦਗੀ ਨੂੰ ਸੋਹਣਾ ਬਣਾਉਣ ਖਾਤਰ ਨੇ, ਵੀ ਅਸੀਂ ਦੇਖ ਕੇ ਉਹਨਾਂ ਕੋਲ ਸਿੱਖ ਸਕੀਏ, ਉਹਨਾਂ ਨੂੰ ਮਾਣ ਸਕੀਏ, ਸਾਡੇ ਮਨ ਨੂੰ ਸਕੂਨ ਮਿਲੇ। ਇਸ ਤਰ੍ਹਾਂ ਜਦੋਂ ਅਸੀਂ ਖੇਤਾਂ ਦੇ ਵਿੱਚ ਨਾੜ ਨੂੰ ਅੱਗ ਲਾਉਂਦੇ ਆ, ਉਸ ਮੌਕੇ ਧੂੰਆਂ ਪੈਦਾ ਹੁੰਦਾ, ਜਿਹੜਾ ਉਹ ਧੂਏ ਨਾਲ ਪੰਛੀਆਂ 'ਤੇ ਕੀ ਅਸਰ ਹੁੰਦਾ, ਅਤੇ ਸਾਡੇ ਬਜ਼ੁਰਗਾਂ ਨੂੰ ਕਿਹੜੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ। ਉਹਦੇ ਬਾਰੇ ਪੇਂਟਿੰਗਸ ਬਣਾ ਉਹਨਾਂ ਸਾਰੇ ਉਹ ਮਤਲਬ ਇਹ ਕੀ ਰੈਲੇਵੈਂਸੀ ਹੈ। ਬਾਕੀ ਮੇਰੇ ਜਿਹੜੇ ਜਿੰਨੇ ਵੀ ਗੀਤ ਨੇ, ਮੈਂ ਉਹਨਾਂ ਦੀ ਚਿੱਤਰਕਾਰੀ ਵੀ ਆਪ ਹੀ ਕਰਨ ਦੀ ਕੋਸ਼ਿਸ਼ ਕਰ ਰਿਹਾ। ਮੈਨੂੰ ਲੱਗਦਾ ਹੈ ਇੱਕ ਅੱਧੇ ਸਾਲ ਦੇ ਵਿੱਚ ਮੈਂ ਉਹ 'ਚ ਵੀ ਸਫਲ ਹੋ ਜਾਊਂਗਾ। ਚਲੋ ਅਖੀਰ ਦੇ ਵਿੱਚ ਸਾਨੂੰ ਤੁਸੀਂ ਇਹ ਦੱਸੋ ਵੀ ਤੁਸੀਂ ਧੀਆਂ ਬਾਰੇ ਬਹੁਤ ਸਾਰਾ ਕੁਝ ਲਿਖਿਆ ਹੈ, ਕਿ ਕੀ ਸੰਦੇਸ਼ਾ ਤੁਸੀਂ ਦੇਣਾ ਚਾਹੋਗੇ ਧੀਆਂ ਬਾਰੇ? ਧੀਆਂ ਬਾਰੇ ਜੋ ਬਣਦਾ ਉਹਨਾਂ ਦਾ ਸਥਾਨ ਆ, ਜਿਸ ਤਰ੍ਹਾਂ ਮੁੰਡਿਆਂ ਨੂੰ ਆਪਾਂ ਜੀ ਆਏ ਕਹਿੰਦੇ ਆ, ਉਹਨਾਂ ਨੂੰ ਵੀ ਕਹਿਣਾ ਬਣਦਾ। ਪੰਘੂੜਿਆਂ ਦੇ ਵਿੱਚ ਪਈਆਂ ਬੱਚੀਆਂ ਜਦੋਂ ਮਿਲਦੀਆਂ ਨੇ, ਇੱਕ ਵਾਰੀ ਲਾਟ ਤਾਂ ਜ਼ਰੂਰ ਨਿਕਲਦੀ ਆ ਜੀ, ਤੁਸੀਂ ਸੁਣਿਆ ਹੋਣਾ ਖਬਰਾਂ ਦੇ ਵਿੱਚ। ਸੋ ਉਹ ਬਹੁਤ ਦੁੱਖ ਹੁੰਦਾ। ਅਤੇ ਮੈਂ ਤਾਂ ਇਹ ਚਾਹੂੰਗਾ ਮਾਪਿਆਂ ਨੂੰ ਕਿ ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ। ਸਾਨੂੰ ਇਹ ਸਮਾਜ ਦੀਆਂ ਜਿਹੜੀਆਂ ਜਿਹਨੂੰ ਕਹਿ ਸਕਦੇ ਹਾਂ, ਜਿਹੜੀਆਂ ਬਿਮਾਰੀਆਂ ਘੁਣ ਵਾਂਗੂ ਖਾ ਰਹੀਆਂ ਨੇ, ਸਾਨੂੰ ਉੱਧਰ ਧਿਆਨ ਦੇਣਾ ਚਾਹੀਦਾ। ਇਹ ਬਹੁਤ ਜ਼ਰੂਰੀ ਹੈ ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਸਮਾਜ ਵਧੀਆ ਬਣੇ ਅਤੇ ਅਸੀਂ ਇਸ ਸਮਾਜ ਦੇ ਵਿੱਚ ਇੱਕ ਰਹਿਣ ਜੋਗੀ ਥਾਂ ਬਣਾਈਏ ਜੀ। ਸੋ ਇਹ ਸੀ ਸਾਡੇ ਨਾਲ ਕਮਲਜੀਤ ਨੀਲੋਂ, ਜਿਨ੍ਹਾਂ ਨੇ ਆਪਣੀ ਗਾਇਕੀ ਬਾਰੇ, ਆਪਣੀ ਸਾਹਿਤਕ ਯਾਤਰਾ ਬਾਰੇ ਔਰ ਆਪਣੀ ਬਾਹਰ ਦੇ ਦੇਸ਼ਾਂ ਦੇ ਵਿੱਚ ਜਾ ਕੇ ਜੋ ਪ੍ਰੋਗਰਾਮ ਦਿੱਤੇ, ਉਹਨਾਂ ਸਾਰਿਆਂ ਬਾਰੇ ਆਪਣੀ ਜਿਹੜੀ ਹੈਗੀ ਆ ਉਹ ਨਵਾਂ ਜ਼ਮਾਨਾ ਵੈਬ TV ਦੇ ਨਾਲ ਸਾਂਝੀ ਕੀਤੀ। ਕਮਲਜੀਤ ਨੀਲੋਂ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।